किस तरह ਇਹਦੀ ਸ਼ੁਰੂਆਤ ਹੋਈ ਸੀ, ਕਿਹੜਾ ਪੌਦਾ ਪਹਿਲਾਂ ਲਗਾਇਆ ਗਿਆ ਸੀਗਾ? ਬੇਸਿਕਲੀ ਇਹ ਸੀਗਾ ਜੀ, ਮੈਰਿਜ ਤੇ ਗਏ ਸੀਗੇ ਤੇ ਜਿੱਦਾਂ ਆਪਣਾ ਫਰੂਟ ਆਪਾਂ ਸੈਲਡ ਖਾਂਦੇ ਆ ਤੇ ਨਾਲ ਸਾਹਮਣੇ ਦੇਖਿਆ ਤਾਂ ਇੱਕ ਵਾਈਟ ਕਲਰ ਦਾ ਫਰੂਟ ਸੀਗਾ ਵਿੱਚ ਬਲੈਕ ਸੀਡ ਸੀਗੇ ਤੇ ਇੱਕ ਕਿਉਰਿਓਸਿਟੀ ਹੁੰਦੀ ਆ ਬੰਦੇ ਦੇ ਮਾਈਂਡ ਦੇ ਵਿੱਚ, ਇਹ ਕਿਹੜਾ ਨਵਾਂ ਯੂਨੀਕ ਫਰੂਟ ਹੈ। ਜਦੋਂ ਜਾ ਕੇ ਰਿਸਰਚ ਕੀਤੀ ਤੇ ਜਾ ਕੇ ਪਤਾ ਲੱਗਿਆ ਤਾਂ ਇੱਕ ਸਾਊਥ ਅਮਰੀਕਾ ਦੀ ਵੈਰਾਈਟੀ ਹੈ ਡਰੈਗਨ ਫਰੂਟ, ਜਿਹਨੂੰ ਪਤਾਇਆ ਕਹਿੰਦੇ ਆ। ਜਦੋਂ ਪਲਾਂਟਿੰਗ ਮਟੀਰੀਅਲ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਸ ਟਾਈਮ ਮੈਨੂੰ ਕਿਤੋਂ ਪਲਾਂਟਿੰਗ ਮਟੀਰੀਅਲ ਨਹੀਂ ਮਿਲਿਆ, ਕਿਉਂਕਿ ਲੋਕਾਂ ਨੂੰ ਇਹਦਾ ਨਾਮ ਛੱਡੋ ਮਤਲਬ ਪਤਾ ਹੀ ਨਹੀਂ ਸੀ ਕਿ ਹੁੰਦੀ ਕੀ ਚੀਜ਼ ਹੈ, ਦੇਖੀ ਨਹੀਂ ਸੀ ਕਦੇ। ਮਤਲਬ ਕਈ ਨਰਸਰੀਆਂ ਵਾਲੇ ਤਾਂ ਪੁੱਛਦੇ ਸੀ ਆਹ ਕੀ ਸ਼ੈ ਹੈ। ਬਾਦਾਮ ਵੀ ਲਗਾਏ ਹੋਏ ਨੇ? ਹਾਂਜੀ, ਬਾਦਾਮ ਵੀ ਲੱਗੇ ਆ ਜੀ, ਅਵਾਕਾਡੋ ਵੀ ਹੈਗਾ, ਆੜੂ ਹੈ, ਲੁਗਾਟ ਹੈ ਤੇ ਆਲੂ ਬੁਖਾਰਾ ਹੈ, ਬਲੈਕਬੈਰੀ ਨੂੰ ਵੀ ਫਰੂਟਿੰਗ ਆ ਰਹੀ ਹੈ ਆਪਣੇ। ਤੇ ਜਦੋਂ ਮੈਂ ਪਹਿਲਾ ਫਰੂਟ ਟੇਸਟ ਕੀਤਾ ਤੇ ਉਦੋਂ ਮੇਰਾ ਇੱਕਦਮ ਮੈਂ ਸ਼ੌਕ ਹੋ ਗਿਆ ਕਿ ਜਿਹੜਾ ਮੈਂ ਉਸ ਮੈਰਿਜ ਤੇ ਜੋ ਫਰੂਟ ਖਾਦਾ ਸੀ ਤੇ ਜੋ ਮੈਂ ਆਪਣੇ ਘਰੇ ਟੈਰੇਸ ਤੇ ਉਗਾ ਕੇ ਖਾਦਾ, ਉਹਦੇ ਜ਼ਮੀਨ ਆਸਮਾਨ ਦਾ ਫਰਕ ਹੈ। ਆਪਾਂ 19-21 ਦਾ ਫਰਕ ਨਹੀਂ ਕਹਿ ਸਕਦੇ, ਜ਼ਮੀਨ ਆਸਮਾਨ ਦਾ। ਜੇਕਰ ਇਸ ਤੋਂ ਹਟ ਕੇ ਗੱਲ ਕਰੀਏ ਤੁਹਾਡੀ ਪਰਸਨਲ ਲਾਈਫ ਦੀ, ਤੁਸੀਂ ਕਾਫੀ ਜ਼ਿਆਦਾ ਡਿਗਰੀਆਂ ਵੀ ਲਿੱਤੀਆਂ ਹੋਈਆਂ ਨੇ, ਪੇਸ਼ੇ ਤੇ ਤੁਸੀਂ ਐਡਵੋਕੇਟ ਹੋ, ਹੈ ਨਾ? ਤੇ ਉਹ ਐਡਵੋਕੇਟ ਵੱਲ ਮਤਲਬ ਲਾਅ ਵਾਲੀ ਸਾਈਡ ਤੁਸੀਂ ਕਿਸ ਤਰ੍ਹਾਂ ਗਏ? ਫਾਦਰ ਸਾਹਿਬ ਦਾ ਸ਼ੁਰੂ ਤੋਂ ਇੱਕ ਸ਼ੌਂਕ ਸੀਗਾ ਕਿ ਮੇਰਾ ਬੇਟਾ LLB ਕਰਕੇ ਵਕੀਲ ਬਣੇ। ਉਹਨਾਂ ਦੀ ਇੱਛਾ ਨਾਲ ਮੈਂ ਫਿਰ 2014 ਤੋਂ LLB ਸ਼ੁਰੂ ਕੀਤੀ, ਜੋ ਮੇਰੀ 2017 'ਚ ਕੰਪਲੀਟ ਹੋ ਗਈ ਸੀਗੀ। ਪਰ 2014 ਤੇ 2017 ਦੇ ਦਰਮਿਆਨ ਮੈਂ ਆਪਣੇ ਬਾਗ ਦੇ ਵਿੱਚ ਡਰੈਗਨ ਲਾ ਚੁੱਕਿਆ ਸੀਗਾ। ਫਿਰ ਇੱਕ ਤਰ੍ਹਾਂ ਦਾ ਕਹਿ ਲਓ ਕਿ ਪੈਸ਼ਨ, ਜਜ਼ਬਾ ਜ਼ਿਆਦਾ ਉੱਠ ਗਿਆ ਤੇ ਇੰਨਾ ਇਹਦੇ ਨਾਲ ਮੋਹ ਪੈ ਗਿਆ ਖੇਤ ਨਾਲ। ਜਦੋਂ ਮੈਂ ਖੇਤ ਆਉਣਾ ਤਾਂ ਵਕਾਲਤ ਛੱਡੋ, ਮੈਂ ਪੂਰੀ ਦੁਨੀਆ ਭੁੱਲ ਜਾਂਦਾ। ਤੇ ਜੇ ਡਰੈਗਨ ਫਰੂਟਸ ਦੀ ਗੱਲ ਕੀਤੀ ਜਾਵੇ, ਕਿੰਨੇ ਏਕੜ ਦੇ ਵਿੱਚ ਇਹ ਲਗਾਇਆ ਹੋਇਆ ਵਾ ਤੇ ਕਿੰਨੀ ਕੁ ਇਹਦੇ ਤੇ ਜਿਵੇਂ ਕਹਿ ਦਈਏ ਕਿ ਕਿੰਨਾ ਕੁ ਪੈਸਾ ਇਹਦੇ ਤੇ ਲੱਗਦਾ? ਟ੍ਰੈਡੀਸ਼ਨਲ ਜੋ ਮੈਥਡ ਹੈ ਪੋਲ ਐਂਡ ਰਿੰਗ ਸਿਸਟਮ ਜਾਂ ਆਪਾਂ ਟਾਇਰ ਸਿਸਟਮ ਕਹਿ ਦਿੰਦੇ ਹਾਂ, ਇਹਦੇ 'ਚ 5 ਤੋਂ 7 ਲੱਖ ਦਾ ਇਨੀਸ਼ੀਅਲ ਕਾਸਟਿੰਗ ਆਉਂਦੀ ਹੈ ਤੁਹਾਡੀ, ਜੋ ਵਨ ਟਾਈਮ ਕਾਸਟ ਹੈ। ਤੇ ਤਕਰੀਬਨ ਮੈਂ ਆਪਣੇ ਫਾਰਮ ਤੇ 300 ਤੋਂ ਵੱਧ ਤਰ੍ਹਾਂ ਦੇ ਫਰੂਟ ਪਲਾਂਟਸ ਲਾਏ ਹੋਏ ਆ, ਜਿਹਦੇ 'ਚ ਮੈਂ ਹੁਣ ਗੱਲ ਕਰਾਂ ਗੁਆਵਾ ਦੀ ਕਾਫੀ ਵੈਰਾਈਟੀਜ਼ ਆ, ਅਵਾਕਾਡੋ ਹੈ, ਪੈਸ਼ਨ ਫਰੂਟ ਹੈ, ਬਲੂਬੈਰੀ ਹੈ, ਬਲੈਕਬੈਰੀ ਹੈ, ਸਟਾਰ ਫਰੂਟ ਹੈ, ਲਾਲ ਕੇਲੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਪ੍ਰੋ ਪੰਜਾਬ TV ਦੇਖ ਰਹੇ ਹੋ ਤੁਸੀਂ ਤੇ ਮੈਂ ਆਇਸ਼ਾ। ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਸਪ੍ਰੀਤ ਸਿੰਘ ਦੇ ਨਾਲ, ਜਿਹੜੇ ਕਿ ਪੇਸ਼ੇ ਤੋਂ ਤਾਂ ਐਡਵੋਕੇਟ ਨੇ, ਬਟ ਆਪਣੇ ਪੇਸ਼ੇ ਨੂੰ ਇੱਕ ਸਾਈਡ 'ਤੇ ਰੱਖ ਕੇ ਉਹਨਾਂ ਨੇ ਆਪਣੇ ਬਚਪਨ ਦਾ ਇੱਕ ਪੈਸ਼ਨ ਸੀਗਾ, ਉਹਨਾਂ ਦਾ ਇੱਕ ਸ਼ੌਂਕ ਸੀਗਾ, ਜਿਹੜਾ ਸੀਗਾ ਕਿ ਨੇਚਰ ਨੂੰ ਲੈ ਕੇ, ਪੇੜ ਪੌਦਿਆਂ ਨੂੰ ਲੈ ਕੇ ਉਸ ਨੂੰ ਫੋਲੋ ਕੀਤਾ। ਤੇ ਉਹ ਉਸ ਪੈਸ਼ਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਕਿ ਇੱਕ ਵਾਰ ਬਾਹਰ ਜਾਂਦੇ ਨੇ ਅਬਰੋਡ ਕਿਸੇ ਮੈਰਿਜ ਦੇ ਵਿੱਚ, ਉੱਥੇ ਇੱਕ ਫਰੂਟ ਖਾਂਦੇ ਨੇ, ਬੜਾ ਯੂਨੀਕ ਫਰੂਟ ਖਾਂਦੇ ਨੇ ਤੇ ਉਸ ਫਰੂਟ ਦੇ ਬਾਰੇ ਨੌਲੇਜ ਲੈਂਦੇ ਨੇ। ਨੌਲੇਜ ਲੈਣ ਤੋਂ ਬਾਅਦ ਇੰਡੀਆ ਦੇ ਵਿੱਚ ਜਦੋਂ ਵਾਪਸ ਆਉਂਦੇ ਨੇ ਤਾਂ ਉਸ ਫਰੂਟ ਦੇ ਬਾਰੇ ਇੰਡੀਆ 'ਚ ਬਹੁਤ ਘੱਟ ਲੋਕਾਂ ਨੂੰ ਉਸ ਦੇ ਬਾਰੇ ਨੌਲੇਜ ਹੁੰਦੀ ਹੈ, ਤੇ ਉਹ ਫਰੂਟ ਹੈ ਜਿਹੜਾ ਇੱਥੇ ਲੈ ਕੇ ਆਏ ਤੇ ਅੱਜ ਉਸ ਫਰੂਟ ਦੀ ਬਦੌਲਤ ਲੱਖਾਂ ਰੁਪਏ ਆ ਜਿਹੜੇ ਐਡਵੋਕੇਟ ਜਸਪ੍ਰੀਤ ਸਿੰਘ ਆ ਜਿਹੜੇ ਕਮਾ ਰਹੇ ਨੇ। ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ, ਕਿਸ ਤਰ੍ਹਾਂ ਉਹਨਾਂ ਦੇ ਸਫ਼ਰ ਦੀ ਸ਼ੁਰੂਆਤ ਹੋਈ, ਕੀ ਕਹਾਣੀ ਹੈ ਉਸ ਦੇ ਪਿੱਛੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਜਿਵੇਂ ਮੈਂ ਸ਼ੁਰੂਆਤ ਕੀਤੀ ਸੀਗੀ ਕਿ ਅਬਰੋਡ ਗਏ ਕਿਸੇ ਮੈਰਿਜ ਦੇ ਵਿੱਚ, ਕੀ ਇੰਸੀਡੈਂਟ ਸੀ ਉਹ ਪੂਰਾ? ਇਹ ਬੇਸਿਕਲੀ ਇਹ ਸੀਗਾ ਜੀ, ਮੈਰਿਜ ਤੇ ਗਏ ਸੀਗੇ ਤੇ ਜਿੱਦਾਂ ਆਪਣਾ ਫਰੂਟ ਆਪਾਂ ਸੈਲਡ ਖਾਂਦੇ ਆ ਤੇ ਨਾਲ ਸਾਹਮਣੇ ਦੇਖਿਆ ਤਾਂ ਇੱਕ ਵਾਈਟ ਕਲਰ ਦਾ ਫਰੂਟ ਸੀਗਾ ਵਿੱਚ ਬਲੈਕ ਸੀਡ ਸੀਗੇ ਤੇ ਇੱਕ ਕਿਉਰਿਓਸਿਟੀ ਹੁੰਦੀ ਆ ਬੰਦੇ ਦੇ ਮਾਈਂਡ ਦੇ ਵਿੱਚ, ਇਹ ਕਿਹੜਾ ਨਵਾਂ ਯੂਨੀਕ ਫਰੂਟ ਹੈ। ਜਦੋਂ ਟਰਾਈ ਕੀਤਾ ਬਹੁਤ ਬਲੈਂਡ ਸੀਗਾ, ਕੁਝ ਇੰਨਾ ਜ਼ਿਆਦਾ ਸਵਾਦ ਨਹੀਂ ਸੀਗਾ, ਬਟ ਫਿਰ ਵੀ ਵਾਪਸ ਜਾਂਦੇ ਹੋਏ ਇੱਕ ਕਿਉਰਿਓਸਿਟੀ ਸੀਗੀ ਕਿ ਕੀ ਖਾਦਾ ਸੀਗਾ, ਕਿਉਂਕਿ ਬਚਪਨ ਤੋਂ ਇੱਕ ਸ਼ੁਰੂ ਤੋਂ ਹੁੰਦਾ ਸੀ ਕਿ ਹਰ ਚੀਜ਼ ਨੂੰ ਕੁਐਸਚਨ ਕਰਨਾ ਕਿ ਆਹ ਇੱਦਾਂ ਹੈ ਤਾਂ ਕਿਉਂ ਹੈ। ਤੇ ਜਦੋਂ ਜਾ ਕੇ ਰਿਸਰਚ ਕੀਤੀ ਤੇ ਜਾ ਕੇ ਪਤਾ ਲੱਗਿਆ ਤਾਂ ਇੱਕ ਸਾਊਥ ਅਮਰੀਕਾ ਦੀ ਵੈਰਾਈਟੀ ਹੈ ਡਰੈਗਨ ਫਰੂਟ, ਜਿਹਨੂੰ ਪਤਾਇਆ ਕਹਿੰਦੇ ਆ। ਤੇ ਉਹਦੇ ਬਾਰੇ ਜਦੋਂ ਰਿਸਰਚ ਕੀਤੀ, ਫਿਰ ਮੈਂ ਜਦੋਂ ਪਲਾਂਟਿੰਗ ਮਟੀਰੀਅਲ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਸ ਟਾਈਮ ਮੈਨੂੰ ਕਿਤੋਂ ਪਲਾਂਟਿੰਗ ਮਟੀਰੀਅਲ ਨਹੀਂ ਮਿਲਿਆ, ਕਿਉਂਕਿ ਲੋਕਾਂ ਨੂੰ ਇਹਦਾ ਨਾਮ ਛੱਡੋ ਮਤਲਬ ਪਤਾ ਹੀ ਨਹੀਂ ਸੀ ਕਿ ਹੁੰਦੀ ਕੀ ਚੀਜ਼ ਹੈ, ਦੇਖੀ ਨਹੀਂ ਸੀ ਕਦੇ। ਮਤਲਬ ਕਈ ਨਰਸਰੀਆਂ ਵਾਲੇ ਤਾਂ ਪੁੱਛਦੇ ਸੀ ਆਹ ਕੀ ਸ਼ੈ ਹੈ। ਤੇ ਉਸ ਤਰ੍ਹਾਂ ਫਿਰ ਹੌਲੀ ਹੌਲੀ ਜਦੋਂ ਪਲਾਂਟਿੰਗ ਮਟੀਰੀਅਲ ਲੱਭਿਆ ਮੈਨੂੰ, ਤੇ ਮੈਂ ਸਟਾਰਟਿੰਗ 'ਚ ਟੈਰੇਸ ਗਾਰਡਨ ਸ਼ੁਰੂਆਤ ਕੀਤੀ ਸੀਗੀ, ਕਿਉਂਕਿ ਬਚਪਨ ਤੋਂ ਸ਼ੌਂਕ ਸੀਗਾ। ਤੇ ਜਦੋਂ ਟੈਰੇਸ ਗਾਰਡਨ ਦੀ ਸ਼ੁਰੂਆਤ ਕੀਤੀ ਤੇ ਮੈਂ 2 ਬੂਟੇ ਲਿਆ ਕੇ ਇਹਦੇ ਨਾ ਆਪਣੇ ਟੈਰੇਸ ਗਾਰਡਨ ਦੇ ਵਿੱਚ ਲਗਾਏ ਤੇ ਗਰੋਥ ਪੈਟਰਨ ਇਹਦਾ ਦੇਖਿਆ, ਅਬਜ਼ਰਵ ਕੀਤਾ। ਤੇ ਜਦੋਂ ਮੈਨੂੰ ਪਹਿਲਾ ਫਰੂਟ ਆਇਆ ਇਹਦਾ, ਤੇ ਜਦੋਂ ਮੈਂ ਪਹਿਲਾ ਫਰੂਟ ਟੇਸਟ ਕੀਤਾ
ਤੇ ਉਦੋਂ ਮੇਰਾ ਇੱਕਦਮ ਮੈਂ ਸ਼ੌਕ ਹੋ ਗਿਆ ਕਿ ਜਿਹੜਾ ਮੈਂ ਉਸ ਮੈਰਿਜ ਤੇ ਜੋ ਫਰੂਟ ਖਾਦਾ ਸੀ ਤੇ ਜੋ ਮੈਂ ਆਪਣੇ ਘਰੇ ਟੈਰੇਸ ਤੇ ਉਗਾ ਕੇ ਖਾਦਾ, ਉਹ ਤੇ ਜ਼ਮੀਨ ਆਸਮਾਨ ਦਾ ਫਰਕ ਹੈ। ਆਪਾਂ 19-21 ਦਾ ਫਰਕ ਨਹੀਂ ਕਹਿ ਸਕਦੇ, ਜ਼ਮੀਨ ਆਸਮਾਨ ਦਾ, ਕਿਉਂਕਿ ਉਹ ਬਿਲਕੁਲ ਫਿੱਕਾ ਸੀਗਾ ਤੇ ਇਹ ਬਿਲਕੁਲ ਇੰਨਾ ਮਿੱਠਾ ਸੀਗਾ ਕਿ ਜਿੱਦਾਂ ਕਹਿ ਲਓ ਕਿ ਆਪਾਂ ਸਟ੍ਰਾਬੇਰੀ ਵਰਗਾ, ਆਪਾਂ ਮਿੱਠੀ ਸਟ੍ਰਾਬੇਰੀ ਕਹਿੰਦੇ ਆ, ਉੱਦਾਂ ਦਾ ਫਲੇਵਰ ਸੀਗਾ। ਤੇ ਫਿਰ ਮੇਰੇ ਦਿਮਾਗ 'ਚ ਇੱਕ ਕਨਸੈਪਟ ਆਇਆ, ਕਿਉਂਕਿ ਮੈਂ ਉਹਨੂੰ 1 ਸਾਲ 1.5 ਸਾਲ ਤੋਂ ਆਲਰੇਡੀ ਟੈਰੇਸ ਤੇ ਗਰੋ ਕਰ ਰਿਹਾ ਤੇ ਇਹ ਕੋਈ ਬਹੁਤ ਡਿਮਾਂਡਿੰਗ ਪਲਾਂਟ ਨਹੀਂ ਹੈ ਕਿ ਜਿੱਦਾਂ ਬਾਕੀ ਆਪਾਂ ਪਲਾਂਟ ਗਰੋ ਕਰਦੇ ਆ, ਮਤਲਬ ਬਹੁਤ ਹਾਰਡੀ ਪਲਾਂਟ ਹੈ, ਮਤਲਬ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਬਹੁਤ ਬੇਸ਼ਰਮ ਬੂਟਾ ਹੈ, ਇਹਨੂੰ ਪੱਟ ਕੇ ਵੀ ਸੁੱਟ ਦੋਗੇ 3 ਮਹੀਨੇ ਬਾਅਦ ਲਗਾ ਦੋ ਤਾਂ ਵੀ ਚੱਲ ਪੈਂਦਾ ਜੀ। ਤੇ ਉਸ ਤਰ੍ਹਾਂ ਮੈਂ ਦੇਖਿਆ ਕਿ ਇਹਦੀ ਜੇ ਆਪਾਂ ਖੇਤੀ ਕਰੀਏ, ਕਿਉਂ ਨਾ ਆਪਾਂ ਨੂੰ ਮਤਲਬ ਖੇਤੀ ਇਹਨੂੰ ਕਮਰਸ਼ੀਅਲ ਲੈਵਲ ਤੇ ਕਰੀਏ ਤੇ ਕਿ ਆਪਾਂ ਨੂੰ ਇੱਕ ਵਧੀਆ ਬੈਨੀਫਿਟ ਮਿਲ ਸਕੇ। ਤੇ ਉਸ ਤਰੀਕੇ ਨਾਲ ਫਿਰ ਮੈਂ ਹੌਲੀ ਹੌਲੀ ਆਪਣੇ ਖੇਤ ਦੇ ਵਿੱਚ ਟਰਾਇਲ ਦੇ ਤੌਰ ਤੇ ਪਹਿਲਾਂ 100 ਪੋਲ ਲਗਾਇਆ, ਫਿਰ 200 ਪੋਲ ਲਗਾਏ, ਉਹਦੇ 'ਚ ਅਲੱਗ-ਅਲੱਗ ਵੈਰਾਈਟੀਆਂ ਲਗਾਈਆਂ। ਫਿਰ ਹੌਲੀ ਹੌਲੀ ਜਿਵੇਂ ਜਿਵੇਂ ਮੇਰੀ ਰਿਸਰਚ ਵੱਧਦੀ ਗਈ, ਫਿਰ ਮੈਨੂੰ ਪਤਾ ਲੱਗਿਆ ਕਿ ਇਹਦੇ 'ਚ 150 ਤੋਂ 200 ਵੈਰਾਈਟੀਆਂ ਆਲ ਓਵਰ ਵਰਲਡ ਹੈਗੀਆਂ ਨੇ। ਤੇ ਫਿਰ ਹੌਲੀ ਹੌਲੀ ਮੈਂ ਨਵੀਆਂ ਵੈਰਾਈਟੀਆਂ ਇੰਪੋਰਟ ਕਰਦਾ ਗਿਆ ਤੇ ਹੁਣ ਤਕਰੀਬਨ ਮੇਰੇ ਕੋਲੇ 60 ਪਲੱਸ ਟੂ ਬੀ ਐਗਜ਼ੈਕਟ 62 ਵੈਰਾਈਟੀਆਂ ਨੇ, 62 ਵੈਰਾਈਟੀਆਂ ਡਰੈਗਨ ਦੇ ਵਿੱਚ ਆਲਰੇਡੀ ਮੇਰੇ ਕੋਲ ਗਰੋ ਕਰ ਰਹੀਆਂ। ਜੇਕਰ ਇਸ ਤੋਂ ਹਟ ਕੇ ਗੱਲ ਕਰੀਏ ਤੁਹਾਡੀ ਪਰਸਨਲ ਲਾਈਫ ਦੀ, ਤੁਸੀਂ ਕਾਫੀ ਜ਼ਿਆਦਾ ਡਿਗਰੀਆਂ ਵੀ ਲਿੱਤੀਆਂ ਹੋਈਆਂ ਨੇ, ਪੇਸ਼ੇ ਤੇ ਤੁਸੀਂ ਐਡਵੋਕੇਟ ਹੋ, ਹੈ ਨਾ, ਤੇ ਉਹ ਐਡਵੋਕੇਟ ਵੱਲ ਮਤਲਬ ਲਾਅ ਵਾਲੀ ਸਾਈਡ ਤੁਸੀਂ ਕਿਸ ਤਰ੍ਹਾਂ ਗਏ? ਦੇਖੋ ਜੀ, ਮੈਂ ਨਾ ਸਟਾਰਟਿੰਗ ਜਦੋਂ ਮੇਰੀ ਗ੍ਰੈਜੂਏਸ਼ਨ ਹੋਈ, ਮੈਂ BBA ਕਰਨ DAV ਕਾਲਜ ਚੰਡੀਗੜ੍ਹ ਗਿਆ। ਫਿਰ ਮੇਰਾ ਲੁਧਿਆਣੇ ਵਾਪਸ ਆਉਣ ਦਾ ਦਿਲ ਸੀਗਾ, ਨਹੀਂ ਤਾਂ ਲੋਕੀ ਨਾਰਮਲੀ ਪਿੰਡਾਂ ਵਾਲੇ ਚੰਡੀਗੜ੍ਹ ਜਾ ਕੇ ਚੰਡੀਗੜ੍ਹ ਹੀ ਵਸ ਜਾਂਦੇ ਆ, ਬਟ ਮੇਰਾ ਸੀਗਾ ਨਹੀਂ, ਮੈਂ ਕੁਛ ਆਪਣੇ ਬਿਜ਼ਨਸ ਕਰਨਾ ਹੈ ਜਾਂ ਆਪਣਾ ਇੱਧਰ ਪੰਜਾਬ 'ਚ ਅੱਗੇ ਵਧਣਾ। ਤੇ ਫਿਰ ਮੈਂ ਆ ਕੇ MBA ਕੀਤੀ। ਫਿਰ ਹੌਲੀ ਹੌਲੀ ਫਾਦਰ ਸਾਹਿਬ ਨੂੰ ਬਿਜ਼ਨਸ 'ਚ ਹੈਲਪ ਕੀਤੀ, ਜੋ ਟਰਾਂਸਪੋਰਟੇਸ਼ਨ ਦਾ ਕੰਮ ਸੀਗਾ। ਬਟ ਫਿਰ ਫਾਦਰ ਸਾਹਿਬ ਦਾ ਸ਼ੁਰੂ ਤੋਂ ਇੱਕ ਸ਼ੌਂਕ ਸੀਗਾ ਕਿ ਮੇਰਾ ਬੇਟਾ LLB ਕਰਕੇ ਵਕੀਲ ਬਣੇ। ਉਹਨਾਂ ਦੀ ਇੱਛਾ ਨਾਲ ਮੈਂ ਫਿਰ 2014 ਤੋਂ LLB ਸ਼ੁਰੂ ਕੀਤੀ, ਜੋ ਮੇਰੀ 2017 'ਚ ਕੰਪਲੀਟ ਹੋ ਗਈ ਸੀਗੀ। ਪਰ 2014 ਤੇ 2017 ਦੇ ਦਰਮਿਆਨ ਮੈਂ ਆਪਣੇ ਬਾਗ ਦੇ ਵਿੱਚ ਡਰੈਗਨ ਲਾ ਚੁੱਕਿਆ ਸੀਗਾ। ਪਰ ਜਦੋਂ ਵਕਾਲਤ ਹੋ ਗਈ, ਨਾਲ ਡਰੈਗਨ ਚੱਲਦਾ ਪਿਆ ਸੀਗਾ, ਫਿਰ ਆਫ ਡੇਜ਼ ਦੇ ਵਿੱਚ ਮੈਂ ਖੇਤ 'ਚ ਆ ਕੇ ਟਾਈਮ ਦਿੰਦਾ ਹੁੰਦਾ ਸੀਗਾ। ਫਿਰ ਇੱਕ ਤਰ੍ਹਾਂ ਦਾ ਕਹਿ ਲਓ ਕਿ ਪੈਸ਼ਨ ਹੈ, ਜਜ਼ਬਾ ਜ਼ਿਆਦਾ ਉੱਠ ਗਿਆ ਤੇ ਇੰਨਾ ਇਹਦੇ ਨਾਲ ਮੋਹ ਪੈ ਗਿਆ ਖੇਤ ਨਾਲ। ਜਦੋਂ ਮੈਂ ਖੇਤ ਆਉਣਾ ਤਾਂ ਵਕਾਲਤ ਛੱਡੋ, ਮੈਂ ਪੂਰੀ ਦੁਨੀਆ ਭੁੱਲ ਜਾਂਦਾ ਜੀ। ਕਦੀ ਪੇਰੈਂਟਸ ਨੇ ਨਹੀਂ ਕਿਹਾ ਕਿ ਮਤਲਬ ਵਕਾਲਤ ਕੀਤੀ ਹੈ, ਇੰਨੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ ਤੇ ਫਿਰ ਵੀ ਬਾਗ ਦੇ ਵਿੱਚ ਹੈ ਨਾ ਤੁਸੀਂ ਜਾ ਰਹੇ ਹੋ ਜਾਂ ਇੱਦਾਂ ਟਾਈਮ ਸਪੈਂਡ ਕਰ ਰਹੇ ਹੋ, ਦਿਹਾੜੀ ਵਰਗਾ ਹੀ ਕੰਮ ਹੋ ਜਾਂਦਾ ਜਦੋਂ ਤੁਸੀਂ ਆਪਣਾ ਬਾਗ ਚਲਾਉਂਦੇ ਹੋ? ਨਹੀਂ, ਬਿਲਕੁਲ ਫਾਦਰ ਸਾਹਿਬ, ਮਾਤਾ ਜੀ, ਮਤਲਬ ਮਦਰ, ਦੋਨੇ ਬਹੁਤ ਕਹਿੰਦੇ ਆ ਕਿ ਕਿਉਂ ਮਿੱਟੀ ਨਾਲ ਮਿੱਟੀ ਹੋਈ ਜਾਂਦਾ, ਉੱਥੇ ਆਰਾਮ ਨਾਲ ਆਫਿਸ 'ਚ ਬੈਠ, AC ਦਫ਼ਤਰ 'ਚ ਬੈਠ, ਇੱਥੇ ਧੁੱਪੇ ਕਾਲਾ ਹੋਈ ਜਾਂਦਾ, ਇੰਨਾ ਮਿਹਨਤ ਕਰੀ ਜਾਂਦਾ, ਜਦ ਕੋਈ ਕਮੀ ਫਾਈਨੈਂਸ਼ੀਅਲੀ ਕਮੀ ਨਹੀਂ ਹੈਗੀ ਫਿਰ ਵੀ ਕਿਉਂ ਇੰਨਾ। ਪਰ ਇਹ ਕਹਿ ਲਓ ਕਿ ਇੱਕ ਦਿਲ ਹੈ, ਮਤਲਬ ਕਹਿ ਲਓ ਇੰਟਰਸਟ ਹੈ। ਇੱਥੇ ਜੇ ਮੈਂ ਹੁਣ ਖੜਾ, ਹੁਣ ਅਗਲੇ ਮਹੀਨੇ ਇੱਥੇ 45 ਡਿਗਰੀ ਹੋਣਾ, ਮੈਂ 45 ਡਿਗਰੀ 'ਚ ਵੀ ਘੁੰਮਣਾ, ਕਿਉਂਕਿ ਮੇਰਾ ਇੰਟਰਸਟ ਹੈ। ਜੇ ਮੇਰਾ ਇੰਟਰਸਟ ਨਹੀਂ ਹੈਗਾ, ਮੈਨੂੰ AC ਦਫ਼ਤਰ 'ਚ ਵੀ ਆਰਾਮ ਨਹੀਂ ਆਉਣਾ। ਲੋਕ ਕਹਿੰਦੇ ਪ੍ਰੋਫੈਸ਼ਨ ਨੂੰ ਛੱਡ ਕੇ ਪੈਸ਼ਨ ਨੂੰ ਫੋਲੋ ਕੀਤਾ ਤੇ ਸਕੂਨ ਆ। ਹਾਂਜੀ, ਬਿਲਕੁਲ। ਦੇਖੋ, ਨੋ ਡਾਊਟ ਜੀ, ਪੈਸ਼ਨ ਇੱਕ ਚੀਜ਼ ਇਹੋ ਜਿਹੀ ਹੁੰਦੀ ਹੈ ਜਿਹੜੇ ਬੰਦੇ ਨੂੰ ਸਕੂਨ ਮਿਲਣਾ ਚਾਹੀਦਾ। ਪੈਸਾ ਜਿੰਨਾ ਮਰਜ਼ੀ ਕਮਾ ਲਓ, ਜੇ ਪੀਸ ਆਫ ਮਾਈਂਡ ਨਹੀਂ ਹੈਗਾ ਨਾ ਤੁਹਾਡੀ ਲਾਈਫ ਦੇ ਵਿੱਚ, ਤੁਸੀਂ ਬਿਲਕੁਲ ਸੁਖੀ ਨਹੀਂ ਹੈਗੇ ਜੀ। ਤੇ ਹੁਣ ਗੱਲ ਕਰੀਏ ਕਿ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਸੀ, ਕਿਹੜਾ ਪੌਦਾ ਪਹਿਲਾਂ ਲਗਾਇਆ ਗਿਆ ਸੀਗਾ? ਮੈਂ ਜੀ ਸਭ ਤੋਂ ਪਹਿਲਾਂ ਡਰੈਗਨ ਦੀ ਪਲਾਂਟੇਸ਼ਨ ਕੀਤੀ ਸੀ। ਡਰੈਗਨ ਦੇ ਵਿੱਚ ਮੈਂ ਗੁਆਵਾ, ਨਿੰਬੂ, ਅਲੱਗ-ਅਲੱਗ ਤਰ੍ਹਾਂ ਦੇ ਪਲਾਂਟੇਸ਼ਨ ਕੀਤੀ ਸੀ। ਤੇ ਜਿਵੇਂ ਮੈਂ ਦੱਸਿਆ, ਮੈਂ ਪਹਿਲਾਂ ਟੈਰੇਸ ਗਾਰਡਨ ਤੋਂ ਸ਼ੁਰੂਆਤ ਕੀਤੀ ਸੀ। ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਅਲੱਗ-ਅਲੱਗ ਫਰੂਟ ਪਲਾਂਟਸ ਦਾ, ਤੇ ਤਕਰੀਬਨ ਮੈਂ ਆਪਣੇ ਫਾਰਮ ਤੇ 300 ਤੋਂ ਵੱਧ ਤਰ੍ਹਾਂ ਦੇ ਫਰੂਟ ਪਲਾਂਟਸ ਲਾਏ ਹੋਏ ਆ, ਜਿਹਦੇ 'ਚ ਮੈਂ ਹੁਣ ਗੱਲ ਕਰਾਂ, ਗੁਆਵਾ ਦੀ ਕਾਫੀ ਵੈਰਾਈਟੀਜ਼ ਆ, ਅਵਾਕਾਡੋ ਹੈ, ਪੈਸ਼ਨ ਫਰੂਟ ਹੈ, ਬਲੂਬੈਰੀ ਹੈ, ਬਲੈਕਬੈਰੀ ਹੈ, ਸਟਾਰ ਫਰੂਟ ਹੈ, ਲਾਲ ਕੇਲੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅੰਬ ਦੀਆਂ 20-25 ਵੈਰਾਈਟੀਆਂ ਨੇ ਤੇ ਅਲੱਗ-ਅਲੱਗ ਹੈ। ਮਤਲਬ ਕਈ ਫਰੂਟਸ ਇਹਦੇ ਵਿੱਚ ਇੱਦਾਂ ਦੇ ਨੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਹੁੰਦੇ ਨਹੀਂ, ਤੁਸੀਂ ਉਹ ਵੀ ਲਗਾ ਲਏ? ਮੈਂ ਜੀ ਤਕਰੀਬਨ ਮੇਰੇ ਕੋਲ ਕੌਫੀ ਦਾ ਪਲਾਂਟ ਹੈਗਾ, ਜਿਹੜਾ ਤਕਰੀਬਨ ਅੱਜ ਤੋਂ ਮੇਰੇ ਕੋਲ 4-4.5 ਸਾਲ ਦਾ ਹੋ ਗਿਆ। ਤੇ ਪਿਛਲੇ ਸਾਲ ਉਹਨੂੰ ਬੈਰੀਜ਼ ਆਈਆਂ ਸੀਗੀਆਂ ਤੇ ਹੁਣ ਇਸ ਟਾਈਮ ਫਿਰ ਉਹ ਫਲਾਵਰਿੰਗ ਸਟੇਜ ਤੇ ਹੈ ਤੇ ਉਹ ਵੀ ਬਚਾਇਆ ਹੋਇਆ। ਇਹ ਬੇਸਿਕਲੀ ਦੇਖੋ ਜੀ, ਪੰਜਾਬ ਦਾ ਜੋ ਕਲਾਈਮੇਟ ਹੈ ਸਬ ਟਰੋਪੀਕਲ ਕਲਾਈਮੇਟ ਹੈ। ਜੇ ਆਪਾਂ ਚਾਹੀਏ ਇਹਦੇ 'ਚ ਟਰੋਪੀਕਲ ਪਲਾਂਟਸ ਵੀ ਉਗਾ ਸਕਦੇ ਹਾਂ, ਬਟ ਬਸ਼ਰਤੇ ਉਹਨੂੰ ਮਾਈਕਰੋ ਕਲਾਈਮੇਟ ਪ੍ਰੋਵਾਈਡ ਕਰਨਾ ਹੈ, ਮਤਲਬ ਉਹਨੂੰ ਉਹੋ ਜਿਹਾ ਮਾਹੌਲ ਪ੍ਰੋਵਾਈਡ ਕਰਨਾ ਹੈ ਕਿ ਉਹ ਆਪਾਂ ਨੂੰ ਇੱਥੇ ਉਗਾ ਸਕੀਏ। ਆਪਾਂ ਇਹ ਨਹੀਂ ਕਰ ਸਕਦੇ ਕਿ ਪੂਰੇ ਖੁੱਲੇ ਧੁੱਪ 'ਚ ਆਪਾਂ ਟਰੋਪੀਕਲ ਪਲਾਂਟ ਲਾਤਾ ਕਿ ਜਿਹੜਾ ਆਪਣੀ ਪੰਜਾਬ ਦੀ ਗਰਮੀ ਨਹੀਂ ਝੱਲ ਸਕਦਾ, ਜਾਂ ਇਹੋ ਜਿਹਾ ਪਲਾਂਟ ਆਪਾਂ ਨਹੀਂ ਲਾ ਸਕਦੇ ਕਿ ਜਿਹੜਾ ਪੂਰੇ ਸਰਦੀ ਨਹੀਂ ਝੱਲ ਸਕਦਾ। ਉਹਨੂੰ ਉਹੋ ਜਿਹਾ ਮਾਹੌਲ ਬਣਾਉਣਾ ਪੈਂਦਾ ਜੀ। ਤੇ ਕਿੰਨੀ ਜ਼ਮੀਨ ਆ ਜਿੱਤੇ ਤੁਸੀਂ ਪੂਰੀ ਪਲਾਂਟਿੰਗ ਕੀਤੀ ਹੋਈ ਹੈ? ਇਹ ਤਕਰੀਬਨ ਜੀ 7 ਏਕੜ ਸਾਡੀ ਇਹ ਹੈ, ਤੇ ਦੂਜਾ ਜਿਹੜਾ ਪਲਾਟ ਹੈਗਾ 2.25 ਏਕੜ ਦਾ ਉਹ ਬਣਦਾ। ਟੋਟਲ ਰਫਲੀ ਤੁਸੀਂ ਦੇਖੋ ਤਾਂ 9.5 ਏਕੜ ਦੀ ਮਤਲਬ ਟੋਟਲ ਰਕਬਾ ਹੈਗਾ, ਜਿਹਦੇ 'ਚ ਮੈਂ ਸਾਰਾ ਆਪਣਾ ਮੇਰਾ ਟਰਾਇਲ ਐਕਸਪੈਰੀਮੈਂਟ ਚੱਲਦਾ ਪਿਆ, ਬਾਗ ਦੇ ਲੱਗਿਆ ਹੋਇਆ ਤੇ ਵਿੱਚ ਹੀ ਟਰਾਇਲ ਐਕਸਪੈਰੀਮੈਂਟ ਚੱਲਦੇ ਪਏ ਆ ਜੀ। ਤੇ ਜਿਵੇਂ ਤੁਸੀਂ ਡਰੈਗਨ ਦੀ ਜਿਹੜੀ ਟੈਰੇਸ ਗਾਰਡਨਿੰਗ ਕਰਦੇ ਸੀਗੇ, ਡਰੈਗਨ ਲਗਾਉਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਜਦੋਂ ਤੁਸੀਂ ਵੱਡੇ ਪੱਧਰ ਤੇ ਸ਼ੁਰੂ ਕੀਤਾ, ਨੌਲੇਜ ਕਿੱਥੋਂ ਗੇਨ ਕੀਤੀ? ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਸੀਗੇ ਬਹੁਤ ਜ਼ਿਆਦਾ ਉਹਦੇ ਬਾਰੇ ਪਤਾ ਨਹੀਂ ਸੀ। ਇਹਦੇ ਬਾਰੇ ਜੀ
ਦੇਖੋ ਮੈਨੂੰ ਬਹੁਤ ਦਿੱਕਤਾਂ ਆਈਆਂ ਕਿਉਂਕਿ ਜੇ ਆਪਾਂ ਗੱਲ ਕਰੀਏ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਹੁਤ ਵੱਡੀ ਯੂਨੀਵਰਸਿਟੀ ਲੁਧਿਆਣੇ, ਉੱਥੇ ਵੀ ਇਹਦੇ ਉੱਤੇ ਕੋਈ ਰਿਸਰਚ ਉਸ ਟਾਈਮ ਨਹੀਂ ਸੀਗੀ, ਮਤਲਬ ਉਸ ਟਾਈਮ ਨੌਲੇਜ ਨਹੀਂ ਸੀਗੀ। ਉਹ ਬਾਕੀ ਆਪਣੇ ਰਵਾਇਤੀ ਫਸਲਾਂ ਜਿਹੜੀਆਂ ਹੈਗੀਆਂ ਨਾਖ, ਬੱਬੂਗੋਸ਼ਾ, ਆੜੂ ਵਗੈਰਾ ਉਹਨਾਂ ਤੇ ਕੰਮ ਕਰ ਰਹੇ ਸੀਗੇ ਜਾਂ ਸਿਟਰਸ ਤੇ ਕੰਮ ਕਰ ਰਹੇ ਸੀਗੇ। ਤੇ ਡਰੈਗਨ ਦੀ ਜਿੰਨੀ ਵੀ ਨੌਲੇਜ ਲਈ ਆ ਮੈਂ YouTube ਤੋਂ ਤੇ ਗੂਗਲ ਤੋਂ ਲਈ ਹੈ, ਕਿਉਂਕਿ ਸਾਊਥ ਅਮਰੀਕਾ ਦਾ ਬੇਸਿਕਲੀ ਫਰੂਟ ਸੀਗਾ ਤੇ ਵੀਅਤਨਾਮ 'ਚ ਉਹਨਾਂ ਨੇ ਅਡੈਪਟ ਕੀਤਾ ਸੀਗਾ ਕਮਰਸ਼ੀਅਲੀ। ਤੇ ਕੁਝ ਮੈਂ ਥਾਈਲੈਂਡ ਫੇਸਬੁੱਕ ਥਰੂ ਥਾਈਲੈਂਡ ਦੇ ਜੋ ਫਾਰਮਰ ਹੈ ਉਹਨਾਂ ਨਾਲ ਕੰਟੈਕਟ 'ਚ ਆਇਆ, ਕਿਉਂਕਿ ਉਹਨਾਂ ਤੋਂ ਮੈਂ ਬੂਟੇ ਇੰਪੋਰਟ ਕੀਤੇ। ਕੁਝ ਮੈਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਕੁਝ ਮੈਨੂੰ ਵੀਅਤਨਾਮ ਦੇ ਜਿਹੜੇ ਮੇਨ ਕਮਰਸ਼ੀਅਲ ਫਾਰਮਰ ਸੀਗੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜੀ ਹੁਣ 60+ ਡਰੈਗਨ ਫਰੂਟਸ ਦੇ ਪਲਾਂਟੇਸ਼ਨ ਹੈ ਜਿਹੜੀ ਤੁਸੀਂ ਕੀਤੀ ਹੋਈ ਹੈ, ਤੇ ਕਿੱਥੋਂ ਇਹ ਲਿਆਂਦੇ ਹੋਏ ਨੇ? ਇਹ ਅਲੱਗ-ਅਲੱਗ ਹੈ ਜੀ। ਜਿਹੜੇ ਮੇਰੇ ਸਭ ਤੋਂ ਪਹਿਲੇ ਪਲਾਂਟ ਆਏ ਸੀਗੇ ਉਹ USA ਤੋਂ ਤੇ ਥਾਈਲੈਂਡ ਤੋਂ ਆਏ ਸੀਗੇ। ਉਸ ਤੋਂ ਬਾਅਦ ਵੀਅਤਨਾਮ ਤੋਂ ਆਏ ਆ, ਫਿਲੀਪਾਈਨਸ ਤੋਂ ਆਏ ਆ, ਟਰਕੀ, ਪੇਰੂ ਤੇ ਮਤਲਬ ਸ਼੍ਰੀਲੰਕਾ, ਅਲੱਗ-ਅਲੱਗ ਕੰਟਰੀਆਂ ਤੋਂ ਪਲਾਂਟਸ ਆਏ ਨੇ ਜਿਹੜੇ ਕਿ ਮੈਂ ਆਪਣਾ ਬਾਗ 'ਚ ਵਧਾ ਰਿਹਾ, ਹੁਣ ਪ੍ਰੋਪੋਗੇਸ਼ਨ ਕਰ ਰਿਹਾ ਨਾਲ ਗ੍ਰਾਫਟਿੰਗ ਕਰਕੇ। ਤੇ ਇਹ ਸਾਰੇ ਤਕਰੀਬਨ ਆਪਣੇ ਬਾਗ ਦੇ ਵਿੱਚ ਇਸ ਟਾਈਮ 62 ਵੈਰਾਈਟੀਆਂ ਦੇ ਤਕਰੀਬਨ ਲੱਗੇ ਹੋਏ ਨੇ। ਜੀ 62 ਵੈਰਾਈਟੀਆਂ ਦੇ ਤੁਸੀਂ ਲਗਾਏ ਹੋਏ ਨੇ, ਤੇ ਇਹਨਾਂ ਦੀ ਸਾਂਭ ਸੰਭਾਲ ਕਿਸ ਤਰੀਕੇ ਨਾਲ ਹੁੰਦੀ ਹੈ? ਕੁਝ ਖਾਸ ਸਾਂਭ ਸੰਭਾਲ ਦੇਣੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪੋਲਸ ਵਗੈਰਾ ਲਗਾਏ ਹੋਏ ਨੇ, ਟਾਇਰਸ ਲਗਾਏ ਹੋਏ ਨੇ, ਕੀ ਕਾਰਨ ਹੈ ਇਹਨਾਂ ਸਾਰਿਆਂ ਦੇ ਵਿੱਚ? ਇਹ ਜੀ ਦੇਖੋ, ਇਹ ਨਾ ਬੇਸਿਕਲੀ ਕਲਾਈਂਬਰ ਬੂਟਾ ਹੈ ਜਿਹਨੂੰ ਆਪਾਂ ਕਹਿੰਦੇ ਬੇਲ ਵਰਗਾ ਕਹਿ ਸਕਦੇ ਹਾਂ। ਇਹਨੂੰ ਨਾ ਸਪੋਰਟ ਚਾਹੀਦੀ ਹੁੰਦੀ ਹੈ। ਤੇ ਆਪਣੇ ਜੇ ਗੱਲ ਕਰੀਏ ਬੂਟਾ 25 ਤੋਂ 30 ਸਾਲ ਇੱਥੇ ਪੰਜਾਬ 'ਚ ਜੋ ਚੱਲਣ ਹੈ ਕਹਿ ਰਹੇ ਆ, ਬਟ ਜੋ ਵੀਅਤਨਾਮ ਦੇ ਪੁਰਾਣੇ ਬਾਗ ਹੈਗੇ 40 ਸਾਲ ਦੇ ਪੁਰਾਣੇ ਅੱਜ ਤੱਕ ਬਾਗ ਚੱਲਦੇ ਪਏ ਆ। ਤੇ ਉਹ ਇੰਨਾ ਪੁਰਾਣਾ ਜੇ ਸਟਰਕਚਰ ਆਪਾਂ ਚਲਾਉਣਾ ਹੈ ਤਾਂ ਕੰਕਰੀਟ ਦਾ ਹੀ ਚੱਲੂਗਾ, ਲੋਹਾ ਵੀ ਨਹੀਂ ਚੱਲਣਾ, ਗਲ ਜਾਣਾ, ਲੱਕੜ ਆਪਣੇ ਸਿਉਂਕ ਨੇ ਚੱਲਣ ਨਹੀਂ ਦੇਣੀ, ਤੇ ਕੰਕਰੀਟ ਹੀ ਚੱਲੂਗਾ। ਤੇ ਜਿਹੜਾ ਉੱਪਰ ਟਾਇਰ ਦਾ ਜਿਹੜਾ ਮੇਨ ਮਸਲਾ, ਇਹ ਟਾਇਰ ਨੇ ਨਾ ਕਨੋਪੀ ਬਣਾਉਣੀ ਹੁੰਦੀ ਹੈ ਕਿ ਜਦੋਂ ਇਹ ਪਲਾਂਟ ਵੱਧ ਕੇ ਬੇਲਨੁਮਾ ਪੌਦਾ ਉੱਪਰ ਜਾ ਕੇ ਐ ਲਟਕੂਗਾ ਤੇ ਨਾਲ ਇਹਦੇ ਇਦਾਂ ਦੀ ਗਰੋਥ ਆਊਗੀ, ਇਹ ਕਨੋਪੀ ਬਣੂਗੀ। ਜਦੋਂ ਕਨੋਪੀ ਬਣੂਗੀ ਤੇ ਉਦੋਂ ਪਲਾਂਟ ਆਪਣੇ ਹਾਰਮੋਨ ਜਿਹੜਾ ਆਪਣਾ ਸਿਗਨਲ ਭੇਜੂਗਾ, ਜੋ ਮੇਨ ਆਪਣੇ ਕਿ ਹੁਣ ਫਲਾਵਰਿੰਗ ਦਾ ਟਾਈਮ ਹੈ। ਜਦੋਂ ਫਲਾਵਰਿੰਗ ਸੀਜ਼ਨ ਆਊਗਾ ਉਸ ਟਾਈਮ ਤੇ ਇਹਦੇ 'ਚ ਫਲਾਵਰਿੰਗ ਆਊਗੀ ਤੇ ਫਰੂਟ ਡਿਵੈਲਪ ਹੋਣਗੇ। ਹਾਈਟ ਵਗੈਰਾ ਦਾ ਵੀ ਕੋਈ ਹੁੰਦਾ ਵਾ ਕਿ ਮਤਲਬ ਇੰਨੀ ਹਾਈਟ ਤੇ ਕਨੋਪੀ ਆ ਜਿਹੜੀ ਉਹ ਲਗਾਣੀ ਆ, ਜਾਂ ਆਪਣੇ ਅਕੋਰਡਿੰਗ ਹੁੰਦੀ ਹੈ ਜੀ। ਅਸੀਂ ਜਿਵੇਂ ਤਕਰੀਬਨ ਕਿਸੇ 6 ਫੁੱਟ ਤੇ ਆ, ਕੋਈ 5 ਫੁੱਟ ਤੇ ਹੈ, ਪੋਲ ਦੇ ਹਾਈਟ ਦੇ ਹਿਸਾਬ ਨਾਲ ਹੈ। ਤੇ ਉਹ ਤਕਰੀਬਨ 2 ਫੁੱਟ ਜ਼ਮੀਨ ਦੇ ਅੰਦਰ ਪੋਲ ਰੱਖਣਾ ਹੀ ਰੱਖਣਾ, ਤਾਂ ਕਿ ਇਹ ਕੱਲ ਨੂੰ ਜੇ ਕਨੋਪੀ ਭਾਰੀ ਹੋਊਗੀ ਜਾਂ ਮੀਂਹ ਹਨੇਰੀ ਝੱਖੜ ਆਉਂਦਾ ਤਾਂ ਤੁਹਾਡਾ ਪੋਲ ਐਂਕਰ ਹੋਇਆ ਰਵੇ, ਜ਼ਮੀਨ 'ਚ ਗੜਿਆ ਰਵੇ, ਡਿੱਗੇ ਨਾ। ਜੀ ਜਿਵੇਂ ਆ ਦੇਖ ਰਹੇ ਹਾਂ ਕਿ ਇਹਦੇ ਤੇ ਆਹ ਚੀਜ਼ ਹੈਗੀ ਆ, ਹੈ ਨਾ, ਤੇ ਇਸ ਸਾਈਡ ਉਹ ਚੀਜ਼ ਨਹੀਂ ਹੈਗੀ। ਇਹ ਜੀ ਵੈਰਾਈਟੀ ਦਾ ਇਹ ਤੇ ਵੀ ਆਊਗੀ, ਜਿਵੇਂ ਆਹ ਦੇਖੋ ਇਹਦੇ ਤੇ ਥੋੜੀ ਆਉਂਦੀ ਪਈ ਆ, ਇਹਦੇ ਤੇ ਜ਼ਿਆਦਾ। ਇਹ ਏਰੀਅਲ ਰੂਟਸ ਹੁੰਦੀ ਹੈ, ਇਹ ਅਲੱਗ-ਅਲੱਗ ਵੈਰਾਈਟੀ ਦਾ। ਜਿਵੇਂ ਹੁਣ ਇਹ ਵਿਗਰਸ ਗਰੋਥ ਹੈ, ਇਹਦੀ ਬਹੁਤ ਤੇਜ਼ ਵੱਧ ਹੈ। ਇਹਨੇ ਫਿਰ ਕੀ ਹੈ, ਇਹ ਕਲਾਈਂਬਰ ਰੂਟਸ ਕਹਿ ਦਿੰਦੇ ਆ, ਏਰੀਅਲ ਰੂਟਸ ਕਹਿੰਦੇ ਆ। ਇਹਨੇ ਜਦੋਂ ਇਹਨੇ ਪਿੱਲਰ ਦੇ ਨਾਲ ਚੜ੍ਹਨਾ, ਵੈਸੇ ਤਾਂ ਅਸੀਂ ਇਹਨੂੰ ਬੰਨ੍ਹਦੇ ਆ ਦੇਖੋ ਰੱਸੀ ਨਾਲ, ਪਰ ਫਿਰ ਵੀ ਇਹਨੇ ਆਪਣੇ ਆਪ ਸਪੋਰਟ ਲੈਣੀ ਹੈ, ਇਹਨੇ ਆਪਣੇ ਆਪ ਨੂੰ ਬੰਨ੍ਹ ਕੇ ਰੱਖਣਾ ਤਾਂ ਕਿ ਮੈਂ ਸਪੋਰਟ ਲਵਾਂ, ਡਿੱਗਾ ਨਾ। ਤੇ ਇਹਨੂੰ ਲੈ ਕੇ ਜਾਣ ਨੂੰ ਤਾਂ ਤੁਸੀਂ ਚਾਹੋ ਤਾਂ 400 ਫੁੱਟ ਤੱਕ ਲੈ ਕੇ ਜਾ ਸਕਦੇ ਹੋ ਜੇ ਤੁਹਾਡੇ 'ਚ ਬੰਨਣ ਦੀ ਕੈਪੇਬਿਲਿਟੀ ਹੈਗੀ ਆ। ਪਰ ਜੋ ਬੇਸਿਕਲੀ ਇਹ ਹੈ ਕਿ ਮੇਨ 4 ਜਾਂ 5 ਫੁੱਟ ਤੱਕ ਇਹਦੀ ਆਪਾਂ ਕਨੋਪੀ ਰੱਖਦੇ ਹਾਂ, ਤਾਂ ਕਿ ਜਿਹੜਾ ਫਰੂਟ ਆਵੇ ਕਿ ਬੰਦਾ ਜਿਹੜਾ ਤੁੜਾਈ ਦੇ ਮੌਕੇ ਉਹਨੂੰ ਦਿੱਕਤ ਨਾ ਆਵੇ, ਹੱਥ ਪਹੁੰਚਦਾ ਹੋ ਜਾਵੇ। ਜੀ ਤੇ ਜੇ ਡਰੈਗਨ ਫਰੂਟਸ ਦੀ ਗੱਲ ਕੀਤੀ ਜਾਵੇ, ਕਿੰਨੇ ਏਕੜ ਦੇ ਵਿੱਚ ਲਗਾਇਆ ਹੋਇਆ ਵਾ, ਤੇ ਕਿੰਨੀ ਇਹਦੇ ਤੇ ਜਿਵੇਂ ਕਹਿ ਦਈਏ ਕਿ ਕਿੰਨਾ ਪੈਸਾ ਇਹਦੇ ਤੇ ਲੱਗਦਾ ਵਾ? ਜੀ ਮੇਰੇ ਕੋਲ ਤਕਰੀਬਨ 5 ਤੋਂ 7 ਏਕੜ ਦੇ ਵਿੱਚ ਡਰੈਗਨ ਹੁਣ ਹੋ ਰਿਹਾ ਟੋਟਲ। ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਟ੍ਰੈਡੀਸ਼ਨਲ ਜੋ ਮੈਥਡ ਹੈ ਪੋਲ ਐਂਡ ਰਿੰਗ ਸਿਸਟਮ, ਜਾਂ ਆਪਾਂ ਟਾਇਰ ਸਿਸਟਮ ਕਹਿ ਦਿੰਦੇ ਆ, ਇਹਦੇ 'ਚ 5 ਤੋਂ 7 ਲੱਖ ਦਾ ਇਨੀਸ਼ੀਅਲ ਕਾਸਟਿੰਗ ਆਉਂਦੀ ਆ ਤੁਹਾਡੀ, ਜੋ 1 ਟਾਈਮ ਕਾਸਟ ਹੈ। ਬਾਕੀ ਹਰ ਸਾਲ ਤੁਹਾਡਾ ਮੇਨਟੇਨੈਂਸ ਕਾਸਟ ਰਹਿ ਜਾਂਦੀ ਆ, ਉਹ ਖਾਦਾਂ ਹੋ ਗਈਆਂ ਜਾਂ ਕੋਈ ਸਪਰੇ ਹੋ ਗਿਆ, ਬਸ ਉਹੀ ਹੈ। ਤੇ ਜਿਹੜਾ ਮੇਨ ਜਿਹੜਾ ਖਰਚਾ 7 ਲੱਖ ਰੁਪਇਆ ਪਰ ਏਕੜ ਦਾ ਆਉਂਦਾ ਖਰਚਾ, ਮੇਨ 7 ਲੱਖ ਦਾ ਆਉਂਦਾ। ਤੇ ਜੇ ਵੇਖਿਆ ਜਾਵੇ ਤਾਂ ਪ੍ਰੋਫਿਟ ਕਿੰਨਾ ਹੋ ਜਾਂਦਾ ਇਹਨੇ ਵਿੱਚ? ਪ੍ਰੋਫਿਟ ਜੀ ਜੋ ਮੇਰਾ ਲਾਸਟ ਈਅਰ ਦਾ ਪ੍ਰੋਫਿਟ ਹੈ ਉਹ ਤਕਰੀਬਨ 8.5-9 ਲੱਖ ਰੁਪਇਆ ਪਰ ਏਕੜ ਦੇ ਹਿਸਾਬ ਨਾਲ ਨਿਕਲਿਆ। ਸਾਰੇ ਖਰਚੇ ਕੱਢ ਕੇ 8.5-9 ਲੱਖ ਰੁਪਇਆ ਆ ਜਾਂਦਾ? ਹਾਂਜੀ, ਸਾਰੇ ਖਰਚੇ ਕੱਢ ਕੇ। ਇਹ ਮੈਂ ਤਾਂ ਮੇਰਾ ਘੱਟ ਆ ਰਿਹਾ ਕਿਉਂਕਿ ਮੇਰਾ ਕੁਝ ਪੁਰਾਣਾ ਬਾਗ ਹੈ, ਕੁਝ ਨਵਾਂ ਬਾਗ ਹੈ, ਇਹ ਸਾਰੇ ਦੀ ਐਵਰੇਜ ਨਿਕਲੀ ਹੈ। ਜੇ ਮੈਂ ਇਕੱਲਾ ਕਹਾਂ ਕਿ ਜੇ ਮੈਂ ਪੁਰਾਣੇ ਟਾਈਮ ਤੇ ਅੱਜ ਤੋਂ 4 ਸਾਲ ਪਹਿਲਾਂ ਬਾਗ ਲਾਇਆ ਹੁੰਦਾ ਤੇ ਮੇਰੇ 1 ਕਿੱਲੇ 'ਚ 500 ਖੰਭੇ ਲੱਗਦੇ ਆ। ਜੇ ਮੈਂ 4 ਸਾਲ ਪਹਿਲਾਂ 500 ਖੰਭੇ ਲਾਏ ਹੁੰਦੇ ਤੇ ਮੇਰੇ ਉਹ ਪੂਰਾ ਇਕੱਲੇ 1 ਕਿੱਲੇ ਦੀ ਜੇ ਮੈਂ ਐਵਰੇਜ ਦੀ ਗੱਲ ਕਰਾਂ ਤੇ 13 ਤੋਂ 14 ਲੱਖ ਰੁਪਇਆ ਚੌਥੇ ਪੰਜਵੇਂ ਸਾਲ ਇਹ ਵੱਟ ਜਾਣੀ ਸੀਗੀ, ਆਪਣੇ ਮਤਲਬ ਇਨਕਮ ਹੋ ਜਾਣੀ ਸੀਗੀ। ਜੀ ਤੇ ਵੇਖਿਆ ਜਾਵੇ ਤਾਂ ਇਹਨਾਂ ਦੀ ਪਲਾਂਟੇਸ਼ਨ ਕਿਸ ਤਰੀਕੇ ਦੇ ਨਾਲ ਹੁੰਦੀ ਆ? ਇਹਦੇ ਪਰ ਪੋਲ ਦੇ ਨਾਲ 4 ਬੂਟੇ ਲੱਗਦੇ ਆ ਜੀ ਜਿਹੜੇ ਆਪਾਂ ਲਾਉਣੇ ਆ। ਤੇ ਇਹ ਬਸ ਮੇਨ ਇਹੀ ਹੈ ਕਿ 500 ਖੰਭੇ ਲੱਗੇ 2000 ਬੂਟਾ 1 ਕਿੱਲੇ ਦਾ ਲੱਗਦਾ ਜੀ। ਤੇ ਫਰੂਟ ਕਿੰਨੇ ਟਾਈਮ ਬਾਅਦ ਆਉਣਾ ਸ਼ੁਰੂ ਹੋ ਜਾਂਦਾ? ਫਰੂਟ ਜੀ ਇਹਦਾ ਜੋ ਮੇਨ ਪੈਟਰਨ ਹੈ, ਵੈਸੇ ਲੋਕੀ ਕਹਿੰਦੇ ਸਾਲ ਬਾਅਦ ਫਰੂਟ, ਸਾਲ ਬਾਅਦ ਇਹਦਾ ਕੋਈ ਉਹ ਨਹੀਂ ਹੁੰਦਾ। ਇਹਦਾ ਜਦੋਂ ਨਾ ਗਰੋਥ ਸਾਈਕਲ ਹੈਗਾ ਮਈ ਦੇ ਵਿੱਚ ਨੇ, ਮਈ ਜੂਨ ਦੇ ਵਿੱਚ ਫਲਾਵਰਿੰਗ ਚੱਕ ਲੈਣੀ ਹੈ ਤੇ ਅਕਤੂਬਰ ਤੱਕ ਫਲਾਵਰਿੰਗ ਆਉਣੀ ਹੈ। ਜੇ ਮੰਨ ਕੇ ਚਲੋ ਆ ਮੈਚਿਓਰ ਬ੍ਰਾਂਚ ਹੈ, ਜੇ ਆ ਮੈਚਿਓਰ ਬ੍ਰਾਂਚ ਨੂੰ ਮੈਂ ਫਰਵਰੀ ਦੇ ਵਿੱਚ ਜ਼ਮੀਨ 'ਚ ਲਾਉਂਗਾ, ਇਹ ਗਰੋਥ ਲਊਗਾ। ਜੇ ਇਹੀ ਬ੍ਰਾਂਚ ਨੂੰ ਮੈਂ
ਜੂਨ ਦੇ ਵਿੱਚ ਜ਼ਮੀਨ 'ਚ ਲਾਉਂਗਾ ਇਹਨੇ ਉਦੋਂ ਫਲਾਵਰਿੰਗ ਚੱਕ ਲੈਣੀ ਹੈ। ਮਤਲਬ ਫਰੂਟਿੰਗ ਟਾਈਮ ਤੇ ਜਿਹਨੂੰ ਮੈਂ ਬ੍ਰਾਂਚ ਨੂੰ ਲਾਉਂਗਾ, ਟਾਹਣੀ ਨੂੰ ਲਾਉਂਗਾ, ਇਹਨੇ ਉਦੋਂ ਫਰੂਟ ਚੱਕ ਲੈਣਾ। ਬਟ ਸੁਜੈਸਟਡ ਇਹ ਹੁੰਦਾ ਕਿ ਜਦੋਂ ਤੁਹਾਡਾ ਬੂਟਾ ਉੱਪਰ ਕਨੋਪੀ ਤੇ ਪਹੁੰਚ ਗਿਆ, ਕਨੋਪੀ ਤੋਂ 1-2 ਬ੍ਰਾਂਚਸ ਲਟਕ ਗਈਆਂ, ਉਸ ਤੋਂ ਬਾਅਦ ਤੁਸੀਂ ਫਰੂਟ ਲਓ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਸਾਲ ਡੇਢ ਸਾਲ ਦੇ ਵਿੱਚ ਆਪਣਾ ਡਿਵੈਲਪ ਹੋ ਜਾਂਦਾ ਜੀ। ਤੇ ਹੁਣ ਇਹਨੂੰ ਸੰਭਾਲਣ ਲਈ ਕਿੰਨੇ ਕੁ ਜਣੇ ਤੁਸੀਂ ਰੱਖੇ ਹੋਏ ਨੇ ਜਾਂ ਖੁਦ ਮਿਹਨਤ ਕਰਦੇ ਹੋ? ਨਹੀਂ, ਮੇਰੀ ਮਿਹਨਤ ਤਾਂ ਨਾਲ ਹੁੰਦੀ ਹੈ ਜੀ, ਬਾਕੀ ਨਾਲ ਜਿਹੜੇ ਮੇਰੇ 2 ਵਰਕਰ ਤਾਂ ਪੱਕੇ ਨੇ, ਤੇ ਬਾਕੀ ਸੀਜ਼ਨਲ ਜਿਵੇਂ ਆ ਘਾਹ ਬੂਟੀ ਕੱਢਣੀ ਹੁੰਦੀ ਹੈ ਤੇ ਅਸੀਂ ਉਹ ਜਿਹੜੇ ਬਾਕੀ ਵਰਕਰ ਦਿਹਾੜੀ ਤੇ ਅਲੱਗ-ਅਲੱਗ ਹਰ ਟਾਈਮ, ਜਿਵੇਂ ਬਰਸਾਤਾਂ ਤੋਂ ਪਹਿਲਾਂ, ਬਰਸਾਤਾਂ ਤੋਂ ਬਾਅਦ ਘਾਹ ਘੂ ਕੱਢਣੀ ਹੁੰਦੀ ਆ, ਉਹ ਚੱਲਦੇ ਰਹਿੰਦੇ ਆ ਦਿਹਾੜੀਦਾਰ, ਤੇ ਬਾਕੀ 2 ਬੰਦੇ ਮੇਰੇ ਪੱਕੇ ਹੈਗੇ ਆ। ਬਟ ਦੇਖਿਆ ਜਾਵੇ ਤਾਂ ਇੱਕ ਬੰਦਾ ਤਕਰੀਬਨ 4 ਤੋਂ 5 ਏਕੜ ਵਧੀਆ ਸਾਂਭ ਸਕਦਾ ਜੀ। ਤੇ ਇਹਦੇ ਵਿੱਚੋਂ ਵੇਖਿਆ ਜਾਵੇ ਜਿਵੇਂ ਤੁਸੀਂ 62 ਤਰ੍ਹਾਂ ਦੇ ਲਗਾਏ ਹੋਏ ਨੇ ਨਾ, ਪਲਾਂਟਸ ਲਗਾਏ ਹੋਏ ਨੇ, ਤੇ ਉਹਨਾਂ ਵਿੱਚ ਸਭ ਤੋਂ ਕਾਸਟਲੀ ਆ ਜਿਹੜਾ ਉਹ ਮਤਲਬ ਕਿਹੜਾ ਵਾ ਤੇ ਕਿੰਨੇ ਕੁ ਦਾ ਵਿਕਦਾ ਵਾ? ਜੀ, ਸਭ ਤੋਂ ਕਾਸਟਲੀ ਤਾਂ ਮੇਰਾ ਜਿਹੜਾ ਹੈਗਾ ਉਹ ਐਕੁਆਡੋਰੀਅਨ ਪਲੋਰਾ ਵੈਰਾਈਟੀ ਹੈ। ਉਹਦਾ ਪਲਾਂਟ ਵੀ ਬਹੁਤ ਕਾਸਟਲੀ ਆਇਆ ਸੀਗਾ। ਜਦੋਂ ਉਹਦਾ ਮੈਂ ਪਲਾਂਟ ਮੰਗਾਏ ਸੀਗਾ, ਮੈਨੂੰ ਤਕਰੀਬਨ 2 ਪਲਾਂਟ ਉਹਦੇ ਤਕਰੀਬਨ 70,000 ਰੁਪਏ ਦੇ ਮਿਲੇ ਸੀਗੇ। ਸਿਰਫ 2 ਪਲਾਂਟ 35,000 ਰੁਪਏ ਦਾ ਇੱਕ ਪੌਦਾ ਮਿਲਿਆ ਸੀਗਾ, ਤੇ ਉਹ USA ਤੋਂ ਮੰਗਾਏ ਸੀਗੇ। ਤੇ ਤਕਰੀਬਨ ਉਸ ਤੋਂ ਬਾਅਦ ਮੈਂ ਪ੍ਰੋਪੋਗੇਸ਼ਨ ਕਰਕੇ 2017 ਚ ਆਏ ਸੀਗੇ ਮੇਰੇ ਕੋਲੇ, ਉਹਨਾਂ ਦੀ ਪ੍ਰੋਪੋਗੇਸ਼ਨ ਕਰਕੇ ਤੇ ਮੈਂ ਹੁਣ ਬੂਟੇ ਵਧਾਏ ਆ, ਤਾਂ ਇਸ ਸਾਲ ਉਹਨੂੰ ਉਸ ਵੈਰਾਈਟੀ ਨੂੰ ਪਹਿਲੀ ਵਾਰੀ ਫਰੂਟ ਆਇਆ। ਤੇ ਉਹ ਵੈਰਾਈਟੀ ਮਹਾਰਾਸ਼ਟਰ ਦੇ ਵਿੱਚ ਨੇਚਰਸ ਬਾਸਕਟ ਹੈ, ਉੱਥੇ ਤਕਰੀਬਨ 4000 ਤੋਂ 4500 ਰੁਪਏ ਕਿਲੋ ਸੇਲ ਹੋ ਰਹੀ ਹੈ। ਹਾਂਜੀ, ਉਹ ਇੰਪੋਰਟ ਹੋ ਰਹੀ ਹੈ। ਮਹਾਰਾਸ਼ਟਰ ਬਹੁਤ ਵੱਡੀ ਮਾਰਕੀਟ ਹੈ ਜੀ, ਜਿਹੜੇ ਆਪਾਂ ਐਗਜ਼ੋਟਿਕ ਫਰੂਟ ਦੀ ਆਪਾਂ ਗੱਲ ਕਰੀਏ। ਪਰ ਆਪਾਂ ਜੇ ਮਹਾਰਾਸ਼ਟਰ ਦੀਆਂ ਗੱਲ ਕਰੀਏ, ਆਪਾਂ ਪੰਜਾਬ ਲੁਧਿਆਣੇ ਦੀ ਮੈਂ ਗੱਲ ਕਰਾਂ, ਤਾਂ ਮੈਂ 4000 ਨਹੀਂ, ਮੈਂ ਘੱਟੋ ਘੱਟ 1000-1500 ਰੁਪਏ ਵੀ ਜੇ ਮੈਂ ਐਕਸਪੈਕਟ ਕਰਾਂ ਉਹਦਾ ਮਿਲੂਗਾ। 1000-1500 ਰੁਪਏ ਕਿਲੋ ਅਗਰ ਲੁਧਿਆਣੇ 'ਚ ਆਰਾਮ ਨਾਲ ਮਿਲੂਗਾ ਜੀ, ਆਰਾਮ ਨਾਲ ਜੀ। ਤੇ ਹੁਣ ਵੇਖਿਆ ਜਾਵੇ ਹੋਰ ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਲਗਾਈਆਂ ਹੋਈਆਂ ਨੇ? ਜੀ, ਮੇਰੇ ਕੋਲੇ ਤਕਰੀਬਨ ਜਿੱਦਾਂ ਹੁਣ ਆ ਤੁਹਾਡਾ ਡਰੈਗਨ ਤੁਸੀਂ ਦੇਖ ਹੀ ਲਿਆ, ਆ ਪਲੋਰਾ ਵੈਰਾਈਟੀ ਹੈ, ਤੇ ਹੋਰ ਮੇਰੇ ਕੋਲੇ ਬਲੈਕਬੈਰੀ ਹੈ, ਬਲੂਬੈਰੀ ਹੈ, ਸਟਾਰ ਫਰੂਟ ਹੈ, ਪੈਸ਼ਨ ਫਰੂਟ ਹੈ, ਤੇ ਰੈੱਡ ਬਨਾਨਾ ਹੈ, ਲੋਗਾਟ ਹੈ, ਆਵਾਕਾਡੋ ਹੈ, ਤੇ ਕਿੰਨੂ ਹੈ, ਸਟ੍ਰਾਬੇਰੀ ਹੈ, ਹੋਰ ਬਹੁਤ ਕੁਝ ਹੈਗਾ ਜੀ। ਤੇ ਤੁਹਾਡੇ ਜਿਹੜਾ ਫਰੂਟ ਆ ਉਹ ਕਿੱਥੇ ਜਾ ਰਿਹਾ ਵਾ? ਮੇਰਾ ਜੀ ਲੁਧਿਆਣੇ ਮੰਡੀ ਦੇ ਵਿੱਚ ਜਾ ਰਿਹਾ, ਤੇ ਬਾਕੀ ਲੁਧਿਆਣੇ ਦੇ ਵਿੱਚ ਪੂਰਾ ਰਿਟੇਲ ਹੋ ਰਿਹਾ, ਸਿੱਧਾ ਕਸਟਮਰਸ ਦੇ ਘਰਾਂ ਤੱਕ ਜਾ ਰਿਹਾ। WhatsApp ਨਾਲ ਬਹੁਤ ਲੋਕ ਮੇਰੇ ਨਾਲ ਜੁੜੇ ਹੋਏ ਆ, ਬਾਕੀ Facebook ਤੇ ਮੇਰਾ ਪੇਜ ਹੈਗਾ, ਉਹਦੇ ਤੋਂ ਕਾਫੀ ਲੋਕ ਆ ਜਾਂਦੇ ਆ। ਬਾਕੀ ਆਲ ਓਵਰ ਇੰਡੀਆ ਤਾਂ ਮੇਰੇ ਪਲਾਂਟਸ ਜਾ ਹੀ ਰਹੇ ਆ ਜੀ। ਇੰਡੀਆ ਤੋਂ ਬਾਹਰ ਵੀ ਜਾ ਰਹੇ ਨੇ ਕਈ? ਹਾਂਜੀ, ਮੇਰੇ ਕਾਫੀ ਮਤਲਬ ਕੰਟਰੀਆਂ ਦੇ ਵਿੱਚ ਐਕਸਪੋਰਟ ਹੋ ਰਹੇ ਆ ਪਲਾਂਟਸ, ਤੇ ਲੋਕ ਕਈ ਆ ਕੇ ਇੱਥੋਂ ਲੈ ਜਾਂਦੇ ਆ, ਕਈਆਂ ਨੂੰ ਪਾਰਸਲ ਹੁੰਦੇ ਆ, ਉਹ ਬਕਾਇਦਾ ਨਾਲ ਫਾਈਟੋਸੈਨੇਟਰੀ ਸਰਟੀਫਿਕੇਟ ਲੱਗਦਾ, ਤੇ ਐਕਸਪੋਰਟ ਪਰਮਿਟ ਲੱਗਦਾ, ਸਾਰਾ ਕੁਝ ਲੱਗਦਾ ਜੀ। ਤੇ ਹੁਣ ਪੇਰੈਂਟਸ ਦਾ ਕੀ ਕਹਿਣਾ ਹੁੰਦਾ ਸਭ ਕੁਝ ਵੇਖ ਕੇ? ਨਹੀਂ, ਪੇਰੈਂਟਸ ਦੇਖੋ, ਪੇਰੈਂਟਸ ਦਾ ਜੀ ਡੀਮੋਟੀਵੇਟ ਤਾਂ ਕਦੇ ਵੀ ਨਹੀਂ ਕਰਦੇ ਸੀ, ਬਸ ਇੱਕ ਦਿਲਾਸਾ ਦਿੰਦੇ ਸੀ ਕਿ ਚੱਲ ਕੋਈ ਨਾ, ਮਿਹਨਤ ਤਾਂ ਦੇਖੋ ਜੀ ਹਰ ਕੋਈ ਕਰਦਾ, ਬਟ ਉਹਨਾਂ ਨੇ ਸਾਥ ਨਹੀਂ ਕਦੇ ਛੱਡਿਆ। ਮਤਲਬ ਉਹ ਹਮੇਸ਼ਾ ਮੋਟੀਵੇਟ ਕਰਦੇ ਸੀਗੇ ਕਿ ਜੋ ਕਰ ਰਹੇ ਆ ਦਿਲ ਨਾਲ ਕਰ, ਵਧੀਆ ਹੀ ਹੋਊਗਾ। ਬਟ ਇੱਕ ਇਹ ਵੀ ਨਾਲ ਕਹਿੰਦੇ ਸੀਗੇ, ਕਿਉਂ ਅਗਲੇ ਪੇਰੈਂਟਸ ਅਗਲੇ ਨੇ ਜੰਮਿਆ, ਅਗਲੇ ਨੂੰ ਤਰਸ ਆਉਂਦਾ ਕਿ ਅਗਲੇ ਦਾ ਬੱਚਾ ਮਿੱਟੀ ਨਾਲ ਮਿੱਟੀ, ਧੁੱਪੇ ਹੋ ਰਿਹਾ, ਕਿ ਇੰਨੀ ਪੜ੍ਹਾਈ ਕਰਕੇ ਵੀ ਦਫ਼ਤਰ ਵਧੀਆ AC ਵਾਲਾ ਦਫ਼ਤਰ ਛੱਡ ਕੇ ਤੇ ਧੁੱਪੇ ਜਾ ਕੇ ਕਰਦਾ ਪਿਆ, ਅਗਲੇ ਮਾਂ ਪਿਓ ਨੂੰ ਤਰਸ ਆਉਂਦਾ ਹੀ ਆ। ਪਰ ਦੇਖਿਆ ਜਾਵੇ ਤਾਂ ਹੁਣ ਬਹੁਤ ਖੁਸ਼ ਨੇ, ਹੁਣ ਵਧੀਆ ਸਾਥ ਹੈ। ਹੁਣ ਹਰ ਵੀਕਐਂਡ ਤੇ ਫੈਮਿਲੀ ਇੱਥੇ ਫਾਰਮ ਤੇ ਆਉਂਦੇ ਆ, ਅਸੀਂ ਪੂਰਾ ਦਿਨ ਵਧੀਆ ਸਪੈਂਡ ਕਰਦੇ ਆ ਸਾਰੇ ਜੀ। ਮਾਹੌਲ ਵੀ ਅੱਛਾ ਹੋ ਜਾਂਦਾ ਹੈ। ਹਾਂਜੀ, ਬਿਲਕੁਲ ਜੀ। ਤੁਸੀਂ ਦੇਖੋ ਇਹੋ ਜਿਹੀ ਕੁਦਰਤ ਤੁਹਾਨੂੰ ਲੁਧਿਆਣੇ ਦੇ ਵਿੱਚ ਕਿੱਥੋਂ ਮਿਲਣੀ ਹੈ, ਕੰਕਰੀਟ ਜੰਗਲ ਬਣਿਆ ਪਿਆ। ਬਦਾਮ ਵੀ ਲਗਾਏ ਹੋਏ ਨੇ? ਹਾਂਜੀ, ਬਦਾਮ ਵੀ ਲੱਗੇ ਆ ਜੀ, ਆਵਾਕਾਡੋ ਵੀ ਹੈਗਾ, ਆੜੂ ਹੈ, ਲੋਗਾਟ ਹੈ, ਤੇ ਆਲੂ ਬੁਖਾਰਾ ਹੈ, ਬਲੈਕਬੈਰੀ ਨੂੰ ਵੀ ਫਰੂਟਿੰਗ ਆ ਰਹੀ ਹੈ ਆਪਣੇ ਜੀ। ਕੌਣ ਕਹਿੰਦਾ ਪੰਜਾਬ ਦੇ ਵਿੱਚ ਸੇਬ ਨਹੀਂ ਹੁੰਦੇ ਆ? ਵੇਖ ਸਕਦੇ ਹੋ ਤੁਸੀਂ, ਪੰਜਾਬ ਦੇ ਵਿੱਚ ਸੇਬ ਵੀ ਵੀਰ ਨੇ ਲਗਾਏ ਹੋਏ ਨੇ। ਸਰ, ਕਹਿੰਦੇ ਨੇ ਪੰਜਾਬ 'ਚ ਸੇਬ ਨਹੀਂ ਹੁੰਦੇ। ਨਹੀਂ, ਪੰਜਾਬ 'ਚ ਦੇਖੋ ਜੀ ਸਭ ਕੁਝ ਹੋ ਜਾਂਦਾ। ਮੈਂ ਕਾਫੀ ਲਾਈ ਬੈਠਾ ਤਾਂ ਫਿਰ ਸੇਬ ਹੈ। ਤੇ ਇਹ ਜਿਹੜੀ ਵੈਰਾਈਟੀਆਂ ਜੀ, 3 ਵੈਰਾਈਟੀਆਂ ਬੇਸਿਕਲੀ, ਜਿਹੜੀ ਐਨਾ ਵੈਰਾਈਟੀ, ਗੋਲਡਨ ਡਾਟਸੈਟ ਤੇ HRMN 99, ਇਹ 2 ਵੈਰਾਈਟੀਆਂ ਤਾਂ ਇਜ਼ਰਾਈਲ ਦੀ ਡਿਵੈਲਪ ਕੀਤੀਆਂ ਹੋਈਆਂ। ਇਹ ਜਿਹਨੂੰ ਕਹਿ ਲਓ ਲੋ ਚਿਲਿੰਗ ਵੈਰਾਈਟੀ ਹੁੰਦੀ ਹੈ, ਜਿਹੜੀ ਘੱਟ ਗਰਮ ਇਲਾਕਾ ਹੁੰਦਾ ਜੀ, ਘੱਟ ਠੰਡਾ, ਜਿਹੜਾ ਆਪਾਂ ਕਹਿ ਲਈਏ ਜਿਵੇਂ ਪੰਜਾਬ ਦੇ 300-350 ਘੰਟੇ ਠੰਡ ਹੈਗੀ ਆ, ਜਿਹੜੀ ਇਹ ਵੈਰਾਈਟੀਆਂ ਇਹਨਾਂ ਨੂੰ 150 ਤੋਂ ਲੈ ਕੇ 250 ਘੰਟੇ ਠੰਡ ਚਾਹੀਦੀ ਹੈ। ਤੇ ਉਹਦੇ ਵਿੱਚ ਇਹਨਾਂ ਦਾ ਮਤਲਬ ਕ੍ਰਾਈਟੇਰੀਆ ਪੂਰਾ ਹੁੰਦਾ, ਉਸ ਕਰਕੇ ਪੰਜਾਬ ਦੇ ਵਿੱਚ ਇਹ ਵਧੀਆ ਕਾਮਯਾਬ ਹੈ। ਤੇ ਇਹ ਵੈਰਾਈਟੀਆਂ ਤਾਂ ਰਾਜਸਥਾਨ ਦੇ ਵਿੱਚ ਵੀ ਫਰੂਟਿੰਗ ਕਰ ਰਹੀਆਂ ਆਲਰੇਡੀ। ਇਸ ਤੋਂ ਇਲਾਵਾ ਹੋਰ ਕੀ ਲੱਗਿਆ ਹੋਇਆ ਹੈ ਜੀ? ਮੇਰੇ ਕੋਲੇ ਨਾਲ ਪਿੱਛੇ ਆ ਜਾਈਏ ਤਾਂ ਆਲੂ ਬੁਖਾਰਾ ਹੈਗਾ, ਲੋਗਾਟ ਹੈ, ਸੂਰੀਨਾਮ ਚੈਰੀ ਹੈ ਜੀ, ਤੇ ਲੌਂਗਨ ਹੈ, ਥਾਈ ਲੀਚੀ ਜਿਹਨੂੰ ਆਪਾਂ ਕਹਿ ਦਿੰਦੇ ਆ, ਬੁੱਧਾਜ਼ ਲੈਮਨ ਹੈ, ਤੇ ਮਿੱਠਾ ਹੈ, ਕੁਮਕੁਆਟ ਹੈ ਜੀ, ਤੋਂ ਬਚ ਗਈ, ਤੇ ਅਲੱਗ-ਅਲੱਗ ਹੈ ਜੀ ਸਾਰੇ। ਜਿੱਦਾਂ ਹੁਣ ਆਹ ਥਾਈ ਲੀਚੀ ਹੈ, ਥਾਈ ਲੌਂਗਨ, ਇਹ ਇਹ ਥਾਈ ਲੌਂਗਨ ਹੈ, ਇਹ ਸੀਡਲਿੰਗ ਹੈ। ਤੇ ਇਸ ਤੋਂ ਇਲਾਵਾ ਜੇ ਤੁਸੀਂ ਅੱਗੇ ਆਉਂਗੇ ਤਾਂ ਨਾਲ ਆਹ ਆਲੂ ਬੁਖਾਰਾ ਲੱਗੇ ਹੋਏ ਆ,
ਇਹ ਆਲੂ ਬੁਖਾਰਾ ਵਾ ਆ ਲੱਗਿਆ ਫਰੂਟਿੰਗ ਹੋ ਰਹੀ ਆ ਰਹੀ ਜੀ। ਤੇ ਨਾਲ ਇੱਧਰ ਪਿੱਛੇ ਮੌਸੰਮੀ ਹੈ, ਕੁਮਕੁਆਟ ਹੈ, ਆੜੂ ਲੱਗੇ ਹੋਏ ਆ, ਮਿੱਠਾ ਹੈ, ਲਗਾਠਾਂ ਨੇ, ਸੁਰੀਨਾਮ ਚੈਰੀ ਹੈ, ਲੀਚੀ ਹੈ, ਖੁਰਮਾਨੀ ਹੈ। ਮਤਲਬ ਕੁਝ ਵੀ ਆਪਾਂ ਛੱਡਿਆ ਨਹੀਂ ਜੀ। ਦੇਖੋ ਟਰਾਇਲ ਦੇ ਤੌਰ ਤੇ ਦੇਖਿਆ ਜਾਵੇ ਤਾਂ ਤਕਰੀਬਨ ਸਾਰਾ ਕੁਝ ਲਾਇਆ ਹੋਇਆ। ਉਹ ਮੇਨ ਇਹ ਰੀਜ਼ਨ ਸੀਗਾ ਕਿ ਜਿਹੜੀ ਚੀਜ਼ ਵਧੀਆ ਕਮਰਸ਼ੀਅਲੀ ਕੱਲ ਨੂੰ ਚੱਲੂਗੀ, ਇੱਕ ਅਡੈਪਟ ਹੋ ਜੂਗੀ, ਉਹਨੂੰ ਆਪਾਂ ਫਰਦਰ ਕਮਰਸ਼ੀਅਲੀ ਵਧਾ ਸਕੀਏ, ਉਹਨੂੰ ਇੱਕ ਤਰ੍ਹਾਂ ਦਾ ਉਹਦੀ ਵੀ ਖੇਤੀ ਕਰ ਸਕੀਏ। ਨਾਲੇ ਕਿ ਸ਼ੌਂਕ ਵੀ ਪੂਰਾ ਹੋ ਰਿਹਾ, ਨਾਲੇ ਘਰ ਲਈ ਫਰੂਟ ਵੀ ਹੋ ਰਿਹਾ, ਤੇ ਨਾਲੇ ਆਪਣਾ ਇੱਕ ਰਿਸਰਚ ਵੀ ਹੋ ਰਹੀ ਹੈ ਕਿ ਆਉਣ ਵਾਲੇ ਟਾਈਮ 'ਚ ਆਪਾਂ ਪੰਜਾਬ ਦੇ ਵਿੱਚ ਕਮਰਸ਼ੀਅਲੀ ਕਿਸ ਚੀਜ਼ ਦੀ ਖੇਤੀ ਕਰ ਸਕਦੇ ਹਾਂ। ਜਿਵੇਂ ਪੰਜਾਬ ਦੇ ਵਿੱਚ ਉਹਨੇ ਰਵਾਇਤੀ ਫਸਲਾਂ ਦਾ ਜਿਹੜਾ ਚਾਲ ਚੱਲਣ ਚੱਲਦਾ ਪਿਆ ਵਾ, ਰਵਾਇਤੀ ਫਸਲਾਂ ਹੀ ਲਗਾਈਆਂ ਜਾਂਦੀਆਂ ਨੇ, ਉਹਦੇ ਨਾਲੋਂ ਜ਼ਿਆਦਾ ਬੈਨੀਫੀਸ਼ੀਅਲ ਹੈ ਬਹੁਤ 100 ਦਰਜੇ ਵੱਧ। ਡਰੈਗਨ ਫਰੂਟ ਨੂੰ ਮੈਂ 100 ਦਰਜੇ ਵੱਧ ਮੰਨਦਾ। ਉਹਦਾ ਕਾਰਨ ਕੀ ਹੈ, ਜਿਵੇਂ ਰੀਸੈਂਟਲੀ ਹੁਣ ਤੁਸੀਂ ਦੇਖੋ ਆ ਐਡਾ ਝੱਖੜ ਆਇਆ, ਕਣਕਾਂ ਲੋਕਾਂ ਦੀਆਂ ਵਿਛੀਆਂ ਪਈਆਂ ਨੇ ਤੇ ਨੁਕਸਾਨ ਨਹੀਂ ਚੱਲ ਹੁੰਦਾ, ਦੇਖ ਨਹੀਂ ਹੁੰਦਾ। ਤੇ ਬਾਕੀ ਬੂਟਿਆਂ ਨੂੰ ਵੀ ਹੁਣ ਕਿੰਨੂ ਹੈ ਉਹਦੇ 'ਚ ਵੀ ਨੁਕਸਾਨ ਆ ਸਕਦਾ, ਸੇਬ ਹੈ ਉਹਦੇ 'ਚ ਵੀ ਨੁਕਸਾਨ ਆ ਸਕਦਾ, ਪਰ ਡਰੈਗਨ ਫਰੂਟ ਇੱਕ ਇਹੋ ਜਿਹੀ ਫਸਲ ਹੈ ਉਹਦੇ 'ਚ ਨੁਕਸਾਨ ਹੋਣ ਦਾ 1% ਚਾਂਸ ਹੈ ਨਹੀਂ। ਕਾਰਨ ਕੀ ਆ, ਉਹਦਾ ਮਈ ਜੂਨ ਤੋਂ ਫਲਾਵਰਿੰਗ ਸ਼ੁਰੂ ਹੋਣੀ ਹੈ, ਅਕਤੂਬਰ ਤੱਕ ਫਲਾਵਰਿੰਗ ਆਉਣੀ ਹੈ, ਤੇ ਉਹਦਾ ਜੇ ਮੰਨ ਕੇ ਚੱਲੋ ਜੂਨ ਜੁਲਾਈ ਦੇ ਵਿੱਚ ਫਰੂਟ ਆਇਆ ਹੋਇਆ, ਗੜੇਮਾਰੀ ਹੋ ਜਾਂਦੀ ਆ, ਗੰਦੇ ਤੋਂ ਗੰਦਾ ਤੂਫਾਨ ਝੱਖੜ ਆ ਜਾਂਦਾ, ਸਾਰਾ ਫਰੂਟ ਟੁੱਟ ਜਾਂਦਾ, ਉਹਨੂੰ 5 ਦਿਨ ਬਾਅਦ ਦੁਬਾਰਾ ਫਲਾਵਰਿੰਗ ਆ ਜਾਣੀ ਹੈ। ਮਤਲਬ ਤੁਹਾਨੂੰ ਉਹਦੇ ਇੱਕ ਸੀਜ਼ਨ ਦੇ ਵਿੱਚ 6 ਤੋਂ ਲੈ ਕੇ 7 ਵਾਰੀ ਫਲਾਵਰਿੰਗ ਆਉਣੀ ਹੈ। ਜੇ ਤੁਹਾਡੀ ਤੂਫਾਨ ਚੱਕਰ 'ਚ ਇੱਕ ਫਲਾਵਰਿੰਗ ਖਰਾਬ ਹੋ ਵੀ ਗਈ ਤਾਂ ਤੁਹਾਡੇ ਕੋਲ 5 ਤੋਂ 6 ਫਲਾਵਰਿੰਗ ਪਈਆਂ ਨੇ, ਤੇ ਮਤਲਬ ਉਹ ਇੱਕ ਆਰਥਿਕ ਤੰਗੀ ਨਹੀਂ ਆਉਂਦੀ ਬੰਦੇ ਨੂੰ, ਕਿ ਆਰਥਿਕ ਮਾਰ ਨਹੀਂ ਪੈਂਦੀ। ਜੇ ਇੱਕ ਨੁਕਸਾਨ ਹੋ ਵੀ ਗਿਆ ਤਾਂ ਤੁਹਾਨੂੰ 5 ਤੋਂ 6 ਵਾਰੀ ਫਰੂਟ ਹੋਰ ਆਉਣਾ, ਤੇ ਬੂਟਾ ਜੇ ਕਿਤੋਂ ਵੀ ਟੁੱਟ ਗਿਆ, ਜੇ ਖੰਭੇ ਦੇ ਥੱਲੇ ਵੀ ਤੁਹਾਡੇ ਕੋਲ 4 ਫੁੱਟ ਦਾ ਵੀ ਬੂਟਾ ਰਹਿ ਗਿਆ ਨਾ, ਉਹਨੇ ਉਹਦੇ ਤੇ ਵੀ ਫਰੂਟ ਚੱਕ ਲੈਣਾ, ਕਿਉਂਕਿ ਜਿੱਥੇ ਇੱਕ ਕੰਡਾ ਉਹਨੇ ਉੱਥੇ ਫਰੂਟ ਚੱਕ ਲੈਣਾ। ਜੀ। ਤੇ ਸਰ ਬਹੁਤ ਚੰਗਾ ਲੱਗਿਆ ਤੁਹਾਡੇ ਬਾਗ ਦੇ ਵਿੱਚ ਘੁੰਮ ਕੇ, ਬਹੁਤ ਅੱਛਾ ਲੱਗਿਆ, ਗ੍ਰੀਨਰੀ ਹੈ, ਘੁੰਮ ਕੇ ਵੀ ਬਹੁਤ ਅੱਛਾ ਲੱਗਿਆ। ਮਤਲਬ ਇੱਕ ਹੁੰਦਾ ਨਾ ਨੇਚਰ ਦੇ ਵਿੱਚ ਸਕੂਨ ਮਿਲਦਾ, ਉਹ ਚੀਜ਼ ਹੋ ਰਹੀ ਹੈ। ਤੇ ਹੁਣ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਜਿਵੇਂ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਕਹਿਣਾ ਹੁੰਦਾ ਵਾ ਕਿ ਇੱਥੇ ਕੁਝ ਵੀ ਨਹੀਂ ਪਿਆ ਪੰਜਾਬ ਦੇ ਵਿੱਚ, ਪੰਜਾਬ ਦੀ ਖੇਤੀ 'ਚ ਕੁਝ ਨਹੀਂ ਪਿਆ, ਕੁਝ ਸਰਕਾਰ ਨਹੀਂ ਕੁਝ ਕਰਦੀ ਪਈ ਹੈ ਨਾ, ਸਰਕਾਰ ਨੌਕਰੀਆਂ ਨਹੀਂ ਦੇ ਰਹੀ, ਵਿਦੇਸ਼ਾਂ ਵੱਲ ਨੂੰ ਭੱਜਦੇ ਜਾ ਰਹੇ ਨੇ, ਇੱਥੇ ਮਿਹਨਤ ਨਹੀਂ ਕਰਨਾ ਚਾਹੁੰਦੇ, ਉੱਥੇ ਦਿਹਾੜੀਆਂ ਕਰਨਾ ਚਾਹੁੰਦੇ ਆ। ਦੇਖੋ ਜੀ, ਇਕੱਲੀ ਸਰਕਾਰ ਵੀ ਕੀ ਕਰੂਗੀ, ਬੰਦੇ ਨੂੰ ਜੇ ਆਪ ਕਹਿ ਲਓ ਕਿ ਮਿਹਨਤ ਨਹੀਂ ਕਰੂਗਾ, ਜੇ ਕਹੀ ਜਾਵੇ ਕਿ ਰੱਬ ਆ ਕੇ ਮੈਨੂੰ ਰਾਹ ਦਿਖਾਵੇ, ਉਹ ਨਹੀਂ ਗੱਲ ਹੋਣੀ। ਠੀਕ ਹੈ, ਜੇ ਤੁਹਾਡੇ ਕੋਲੇ ਅੱਜ ਕੱਲ੍ਹ ਹਰ ਇੱਕ ਦੇ ਹੱਥ 'ਚ ਫੋਨ ਹੈ, ਹਰ ਇੱਕ ਦੇ ਫੋਨ 'ਚ ਨੈੱਟ ਪੈਕ ਹੈ। ਮੈਂ ਕਿਸੇ ਯੂਨੀਵਰਸਿਟੀ 'ਚ ਨਹੀਂ ਗਿਆ, ਮੈਂ ਕਿਸੇ ਬਾਗਬਾਨੀ ਵਿਭਾਗ ਕੋਲੇ ਨਹੀਂ ਗਿਆ, ਮੈਂ ਸਾਰਾ ਕੁਝ YouTube ਤੋਂ ਜਾਣਕਾਰੀ ਲਈ ਹੈ, ਮੈਂ ਸਾਰੀ ਕੁਝ Google ਤੋਂ ਜਾਣਕਾਰੀ ਲਈ ਹੈ। ਤੁਸੀਂ ਜਾਣਕਾਰੀ ਲਓ, ਮੈਂ ਨਹੀਂ ਕਹਿੰਦਾ ਤੁਸੀਂ 1 ਕਿੱਲੇ ਤੋਂ ਸ਼ੁਰੂਆਤ ਕਰੋ, ਮੈਂ ਕਹਿੰਦਾ ਚਾਹੇ ਡਰੈਗਨ ਲਾਉਣਾ, ਚਾਹੇ ਸੇਬ ਲਾਉਣੇ, ਕੁਝ ਵੀ ਲਾਉਣਾ, 10 ਬੂਟਿਆਂ ਤੋਂ ਸ਼ੁਰੂਆਤ ਕਰੋ। ਜੇ ਤੁਹਾਨੂੰ 1 ਸਾਲ ਦੇ ਵਿੱਚ ਰਿਜ਼ਲਟ ਆਉਂਦਾ, ਵਧੀਆ ਲੱਗਦਾ, ਤੁਸੀਂ ਉਹਨੂੰ ਅਡੈਪਟ ਕਰੋ, ਵਧਾਓ, ਕਿਉਂ ਨਹੀਂ ਵਧਾਉਂਦੇ। ਗੱਲ ਇੱਥੇ ਮੇਨ ਮੁੱਦਾ ਕੀ ਹੈ, ਮੁੱਦਾ ਇਹ ਹੈ ਕਿ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ, ਕੋਈ ਪਹਿਲ ਕਦਮੀ ਨਹੀਂ ਕਰਨੀ ਚਾਹੁੰਦਾ। ਜਦੋਂ ਮੈਂ ਆਪਣੇ ਖੇਤ 'ਚ ਖੰਭੇ ਲਾਉਣੇ ਸ਼ੁਰੂ ਕੀਤੇ ਸੀਗੇ, ਲੋਕ ਮਜ਼ਾਕ ਉਡਾਉਂਦੇ ਸੀਗੇ ਕਿ ਆ ਖੰਭੇ ਲਾਈ ਜਾਂਦਾ, ਕਲੋਨੀ ਕੱਟਣੀ ਹੈ, ਕੀ ਕੱਟਣਾ। ਤੇ ਮਤਲਬ ਇਹ ਗੱਲ ਹੈ ਕਿ ਲੋਕਾਂ ਦੀ ਕਹਿਣੀ ਸੁਣੀ ਨਾ ਕਰੋ। ਲੋਕਾਂ ਨੇ ਤੁਹਾਡੇ ਘਰੇ ਆ ਕੇ ਰੋਟੀ ਨਹੀਂ ਦੇਣੀ, ਲੋਕਾਂ ਨੇ ਤੁਹਾਨੂੰ ਘਰੇ ਆ ਕੇ ਪੈਸਾ ਨਹੀਂ ਦੇਣਾ, ਤੁਸੀਂ ਆਪਣੀ ਆਪ ਕਮਾਉਣਾ। ਆਪਾਂ ਅਮਰੀਕਾ ਕੈਨੇਡਾ ਜਾ ਕੇ ਵੀ ਮਿਹਨਤ ਕਰਦੇ ਪਏ, ਨੋ ਡਾਊਟ ਉੱਥੇ ਚਲੋ ਪੈਸਾ ਹੈਗਾ, ਪਰ ਜੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਉਹਦੇ ਬਰਾਬਰ ਪੈਸਾ ਕਮਾ ਸਕੀਏ ਤੇ ਉਹਦੇ ਵਰਗੀ ਰੀਸ ਨਹੀਂ ਹੈਗੀ। ਤੇ ਨੋ ਡਾਊਟ ਆਪਣੇ ਲੋਕੀ ਕਿਤੇ ਦੂਜੀ ਕੰਟਰੀਆਂ 'ਚ ਜਾ ਰਹੇ ਆ, ਉੱਥੇ ਰਿਸੋਰਸ ਹੈ ਨਹੀਂ। ਪੰਜਾਬ ਕੋਲੇ ਫਰਟਾਈਲ ਲੈਂਡ ਹੈ, ਸਭ ਤੋਂ ਵਧੀਆ ਪਾਣੀ ਹੈ, ਆਪਣੇ ਕੋਲੇ ਰਿਸੋਰਸਿਸ ਸਭ ਤੋਂ ਵਧੀਆ ਹੈਗੇ ਆ। ਜੇ ਆਪਾਂ ਉਹਨਾਂ ਨੂੰ ਯੂਟਿਲਾਈਜ਼ ਨਾ ਕਰ ਸਕੀਏ, ਜੇ ਉਹਨਾਂ ਨੂੰ ਆਪਾਂ ਕਰ ਹੀ ਨਾ ਸਕੀਏ, ਫਿਰ ਮੈਂ ਕਹਿੰਦਾ ਪੰਜਾਬ ਦੇ ਨੌਜਵਾਨੀ ਤੇ ਲਾਹਨਤ ਹੈ ਜਿਹੜੇ ਬਹਿ ਕੇ ਨਹੀਂ ਕਰ ਸਕਦੇ ਇੱਥੇ। ਧੰਨਵਾਦ ਸਰ। ਸੋ ਇਹ ਸਨ ਸਾਡੇ ਨਾਲ ਸਰ ਜਿਨ੍ਹਾਂ ਨੇ ਆਪਣੇ ਕਹਿ ਸਕਦੇ ਹਾਂ ਕਿ ਐਡਵੋਕੇਟ ਦੀ ਪੜ੍ਹਾਈ ਕੀਤੀ, ਐਡਵੋਕੇਟ ਨੇ ਬਟ ਆਪਣੇ ਪੈਸ਼ਨ ਨੂੰ ਮੁੱਖ ਰੱਖਦੇ ਨੇ, ਅਤੇ ਉਸ ਦੇ ਹਿਸਾਬ ਨਾਲ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਤਰ੍ਹਾਂ ਇਹਨਾਂ ਨੇ ਕੰਮ ਕੀਤਾ ਹੋਇਆ ਹੈ, ਅਤੇ ਲੱਖਾਂ ਦੇ ਵਿੱਚ ਇਹਨਾਂ ਦੀ ਕਮਾਈ ਆਉਂਦੀ ਹੈ। ਜਿਵੇਂ ਸਰ ਨੇ ਕਿਹਾ ਕਿ ਮਿਹਨਤ ਨਹੀਂ ਕਰਨਾ ਚਾਹੁੰਦੇ, ਬਾਹਰ ਵੀ ਜਾਂਦੇ ਨੇ, ਦਿਹਾੜੀਆਂ ਕਰਦੇ ਨੇ, ਪਰ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹੋਗੇ ਤਾਂ ਉਸ ਦੇ ਬਰਾਬਰ ਵੀ ਕੰਮ ਕਰ ਸਕਦੇ ਹੋ, ਕਿਉਂਕਿ ਨੈੱਟ ਪੈਕ ਸਭ ਦੇ ਕੋਲ ਹੈ, ਅਤੇ ਸਾਰੇ ਜਿਹੜੇ ਕਿ YouTube ਤੋਂ ਸਿੱਖ ਸਕਦੇ ਨੇ। ਕਹਿੰਦੇ ਜਿਵੇਂ ਮੈਂ ਕਿਸੇ ਯੂਨੀਵਰਸਿਟੀ 'ਚ ਨਹੀਂ ਗਿਆ, ਮੈਂ ਵੀ YouTube ਤੋਂ ਸਿੱਖਿਆ, ਤੁਸੀਂ ਵੀ ਇਹ ਚੀਜ਼ ਕਰ ਸਕਦੇ ਹੋ। ਬਾਹਰ ਜਾ ਕੇ ਸਭ ਕੁਝ ਨਹੀਂ ਹੈ। ਕੁਝ ਨੌਜਵਾਨ ਨੇ ਜਿਹੜੇ ਪੰਜਾਬ ਦੇ, ਜਿਨ੍ਹਾਂ ਨੇ ਇੱਥੇ ਹੀ ਕੈਨੇਡਾ ਅਮਰੀਕਾ ਬਣਾਇਆ ਹੋਇਆ ਹੈ। ਕੈਮਰਾਮੈਨ ਆਕਾਸ਼ ਦੇ ਨਾਲ ਮੈਂ ਈਸ਼ਾ ਪ੍ਰੋ, ਪੰਜਾਬ, ਲੁਧਿਆਣਾ।